ਇੰਡੀਅਨ ਲਾਅ ਨੂੰ ਹੁਣ ਅੱਜ ਕੱਲ੍ਹ ਇੰਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਕਿਉਂਕਿ ਕਹਿੰਦੇ ਆ ਕਿ ਇੰਡੀਅਨ ਲਾਅ ਦੇ ਵਿੱਚ ਜਦੋਂ ਵੀ ਕੋਈ ਕੇਸ ਆਉਂਦਾ ਤੇ ਉਸ ਕੇਸ ਨੂੰ ਡਿਲੇ ਕਰ ਦਿੱਤਾ ਜਾਂਦਾ ਹੈ। ਇੱਕ ਦਲਿਤ ਪਰਿਵਾਰ ਦੀ ਕੁੜੀ ਦਾ ਰੇਪ ਕੀਤਾ ਜਾਂਦਾ ਹੈ ਤੇ ਉਸ ਦੀ ਬਾਡੀ ਨੂੰ ਪੁਲਿਸ ਵਾਲੇ ਵੱਲੋਂ ਹੀ ਜਲਾ ਦਿੱਤਾ ਜਾਂਦਾ ਹੈ। ਉਸ ਦੇ ਉੱਤੇ ਇੰਨੇ ਐਕਸ਼ਨ ਨਹੀਂ ਲਿੱਤੇ ਜਾ ਰਹੇ ਜਿੰਨੀ ਜ਼ਰੂਰਤ ਸੀਗੀ। ਅਸੀਂ ਹੁਣੀ ਗੱਲ ਕੀਤੀ ਦਲਿਤ ਪਰਿਵਾਰ ਦੀ ਕੁੜੀ, ਕਿ ਦਲਿਤ ਪਰਿਵਾਰ ਦੀ ਕੁੜੀ ਕੁੜੀ ਨਹੀਂ ਹੈ ਜੀ। ਹਾਂ, ਅਸੀਂ ਕਿਉਂ ਡਿਸਕ੍ਰਿਮੀਨੇਟ ਕਰਦੇ ਹਾਂ ਉਹਨਾਂ ਨੂੰ ਕਾਸਟ ਦੇ ਬੇਸਿਸ ਤੇ, ਕਲਰ ਦੇ ਬੇਸਿਸ ਤੇ ਜਾਂ ਕ੍ਰੀਡ ਦੇ ਬੇਸਿਸ ਤੇ? ਇਹ ਡਿਸਕ੍ਰਿਮੀਨੇਸ਼ਨ ਹੀ ਪਹਿਲਾਂ ਗਲਤ ਹੈ। ਕੁੜੀਆਂ ਨੂੰ ਆਬਜੈਕਟੀਫਾਈ ਕਰਨਾ ਅਸੀਂ ਬੰਦ ਕਰੀਏ ਸਭ ਤੋਂ ਪਹਿਲਾਂ। ਜੀ। ਕੋਈ ਚੀਜ਼ ਨਹੀਂ ਹੈ ਉਹਦੇ ਨਾਲ ਕੁਝ ਹੋਇਆ, ਉਹ ਓਨੀ ਹੀ ਹਿਊਮਨ ਹੈ ਜਿੰਨੇ ਕਿ ਤੁਸੀਂ ਸਾਰੇ ਜਾਂ ਅਸੀਂ ਸਾਰੇ। ਜੀ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇੱਕ ਇਨਸਾਨ ਦਾ ਦਰਜਾ ਦੇਣਾ ਸ਼ੁਰੂ ਕੀਤਾ ਜਾਵੇ। ਅਸੀਂ ਨਿਰਭਇਆ ਰੇਪ ਕੇਸ 'ਚ ਦੇਖਿਆ ਹੈ ਕਿ ਇਮੀਡੀਏਟਲੀ ਉਸ ਤੋਂ ਬਾਅਦ ਕ੍ਰਿਮੀਨਲ ਅਮੈਂਡਮੈਂਟ ਐਕਟ 2013 ਆਇਆ। ਜੀ। ਬਹੁਤ ਸਾਰੇ ਸੈਕਸ਼ਨਸ ਨਵੇਂ ਐਡ ਹੋਏ, ਡੈਥ ਪੈਨਲਟੀ ਤੱਕ ਦਾ ਸੈਂਟੈਂਸ ਦਿੱਤਾ ਗਿਆ, ਉਹਨਾਂ ਦੇ ਕਨਵਿਕਟਸ ਨੂੰ ਹੈਂਗ ਕੀਤਾ ਗਿਆ। ਉਸ ਟਾਈਮ ਤੇ ਸਪੀਡੀ ਟ੍ਰਾਇਲ ਦਾ ਕੋਈ ਪ੍ਰੋਸੀਜਰ ਨਹੀਂ ਸੀਗਾ, ਇੱਕੋ ਦਮ ਉਹ ਨਵਾਂ ਪ੍ਰੋਸੀਜਰ ਕ੍ਰੀਏਟ ਕੀਤਾ ਗਿਆ। ਐਂਡ ਆਈ ਐਮ ਵੈਰੀ ਸ਼ੋਰ ਕਿ ਹਾਥਰਸ ਰੇਪ ਕੇਸ 'ਚ ਵੀ ਇਨਵੈਸਟੀਗੇਸ਼ਨ ਹੋਏਗੀ। ਇੰਡੀਆ ਦੇ ਵਿੱਚ ਸਾਲ 2019 ਵਿੱਚ ਹੁਣ ਤੱਕ ਜਿਹੜੀ ਰਿਪੋਰਟ ਆਈ ਹੈ ਤੇ 32,033 ਕੇਸਿਸ ਆਫ ਰੇਪ ਜਿਹੜੇ ਹੈਗੇ ਆ ਉਹ ਦਰਜ ਹੋਏ ਆ, ਜਿਨ੍ਹਾਂ ਦੇ ਉੱਤੇ FIR ਹੋਈ ਹੈ। ਤੇ ਇੱਕ ਐਵਰੇਜ ਉਹਨਾਂ ਨੇ ਰਿਕਾਰਡ ਕੀਤਾ ਸੀਗਾ ਜਿਸ ਵਿੱਚ ਦੱਸਿਆ ਕਿ 87 ਰੇਪ ਕੇਸਿਸ ਡੇਲੀ ਇੰਡੀਆ ਦੇ ਵਿੱਚ ਰਿਪੋਰਟ ਕਰਵਾਏ ਜਾਂਦੇ ਆ। ਤੇ ਇਹ ਤਾਂ ਉਹ ਕੇਸਿਸ ਨੇ ਜਿਹੜੇ ਕਿ ਰਿਪੋਰਟ ਕਰਾਏ ਜਾਂਦੇ ਆ। ਜਿਵੇਂ ਕਿ ਜੇ ਤੁਸੀਂ ਵੀ ਇਸ ਗੱਲ ਨਾਲ ਐਗਰੀ ਕਰੋਗੇ ਕਿ 70% ਆਫ ਦਾ ਕੇਸਿਸ ਜਿਹੜੇ ਰੇਪ ਲਈ ਹੈਗੇ ਆ ਉਹ ਤਾਂ ਰਿਪੋਰਟ ਵੀ ਨਹੀਂ ਕਰਵਾਏ ਜਾਂਦੇ ਕਿਉਂਕਿ ਲੋਕੀ ਹਿਊਮਿਲੇਸ਼ਨ ਤੋਂ ਡਰਦੇ ਆ। ਕੁੜੀਆਂ ਹਿਊਮਿਲੇਸ਼ਨ ਤੋਂ ਡਰਦੀਆਂ, ਉਹਨਾਂ ਦੇ ਪਰਿਵਾਰ ਹਿਊਮਿਲੇਸ਼ਨ ਤੋਂ ਡਰਦੇ ਆ ਕਿਉਂਕਿ ਰੇਪ ਵਿਕਟਿਮਸ ਨੂੰ ਇੱਕ ਨਾਰਮਲ ਇਨਸਾਨ ਦੀ ਤਰ੍ਹਾਂ ਟਰੀਟ ਨਹੀਂ ਕੀਤਾ ਜਾ ਸਕਦਾ। ਤੇ ਇਹ ਕਿੱਦਾਂ ਠੀਕ ਹੋਏਗਾ? ਕੀ ਐਸਾ ਬਦਲਾਵ ਲੈ ਕੇ ਆਉਣ ਦੀ ਲੋੜ ਹੈ ਜਿਸ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਨੇ, ਜਿਹੜਾ ਮੈਂ ਅੱਜ ਫਿਗਰ ਪੜ੍ਹ ਰਿਹਾ, ਇਸ ਫਿਗਰ ਨੂੰ ਅਸੀਂ 50% ਘਟਾ ਸਕੀਏ ਆਉਣ ਵਾਲੇ ਟਾਈਮ ਵਿੱਚ? ਜੋ ਰੀਆ ਨਾਲ ਹੋਇਆ, ਕਿਆ ਉਹ ਸਹੀ ਸੀਗਾ? ਮੈਨੂੰ ਨਹੀਂ ਲੱਗਦਾ। ਜਸਟ ਬਿਕੋਜ਼ ਉਹ ਕੁੜੀ ਸੀਗੀ, ਈਜ਼ੀਲੀ ਟਾਰਗੇਟ ਹੋ ਸਕਦੀ ਸੀਗੀ, ਉਹਨੂੰ ਟਾਰਗੇਟ ਕੀਤਾ ਗਿਆ। ਮੇਰੇ ਅਕੋਰਡਿੰਗਲੀ ਕੁੜੀਆਂ ਹੀ ਕੁੜੀਆਂ ਨੂੰ ਟਾਰਗੇਟ ਕਰਦੀਆਂ ਜ਼ਿਆਦਾ ਨੇ, ਰਾਦਰ ਦੈਨ ਇੱਕ ਦੂਸਰੇ ਨੂੰ ਸਪੋਰਟ ਕਰਨ ਦੇ ਬਜਾਏ। ਅੱਜ ਕੱਲ੍ਹ ਹਰ ਕੋਈ ਦੂਸਰੇ ਦੀ ਲੱਤ ਖਿੱਚਣ 'ਚ ਲੱਗਾ ਹੋਇਆ ਕਿ ਉਹਨੂੰ ਥੱਲੇ ਕਿਵੇਂ ਲਾਇਆ ਜਾਵੇ। ਦਲਿਤ ਦਾ ਦਰਜਾ ਦੇਣ ਤੋਂ ਬਜਾਏ ਅਸੀਂ ਉਹਨੂੰ ਕੁੜੀ ਦਾ ਦਰਜਾ ਦਈਏ। ਬਟ ਜੇ ਅਸੀਂ ਤਾਂ ਨਾਰਮਲ ਲੋਕ ਹੈ, ਇੱਕ ਗੱਲ ਉੱਠੀ ਸੀਗੀ, ਜੇ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਜਦੋਂ ਉਸਦੇ ਪਰਿਵਾਰ ਨੂੰ ਮਿਲਣ ਜਾ ਰਹੇ ਸੀਗੇ, ਤੁਸੀਂ ਦੇਖਿਆ ਹੋਣਾ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ, ਕਿੱਦਾਂ ਉਹਨਾਂ ਨੂੰ ਰੋਕਿਆ ਗਿਆ, ਧੱਕੇ ਮਾਰੇ ਗਏ। ਇਨਫੈਕਟ ਪ੍ਰਿਯੰਕਾ ਗਾਂਧੀ ਦੇ ਕੱਪੜਿਆਂ ਤੱਕ ਵੀ ਹੱਥ ਪਹੁੰਚਿਆ ਪੁਲਿਸ ਕਾਂਸਟੇਬਲ ਦਾ। ਵੱਡੀ ਪੋਸਟ ਤੇ ਰਹਿਣ ਵਾਲੇ ਕਾਂਗਰਸ ਦੇ ਰਾਹੁਲ ਗਾਂਧੀ ਐਂਡ ਪ੍ਰਿਯੰਕਾ ਗਾਂਧੀ, ਜੇ ਉਹਨਾਂ ਦੇ ਕੱਪੜਿਆਂ ਨੂੰ ਹੱਥ ਪੈ ਸਕਦੇ ਆ ਤੇ ਜੇ ਇੱਕ ਨਾਰਮਲ ਬੰਦਾ ਸੁਸਾਇਟੀ ਵਿੱਚੋਂ ਕੋਈ ਆਵਾਜ਼ ਚੱਕਣਾ ਚਾਹੇ ਤਾਂ ਉਹਨੂੰ ਨਹੀਂ ਦਬਾਇਆ ਜਾ ਸਕਦਾ? ਉਹਨੂੰ ਉਹ ਡਰ ਹੋਏਗਾ ਕਿ ਨਹੀਂ ਹੋਏਗਾ ਕਿ ਮੈਂ ਆਵਾਜ਼ ਕਿਉਂ ਚੱਕਾਂ? ਕੀ ਸਾਡੀ ਅੱਜ ਦੀ ਜੁਡੀਸ਼ੀਅਰੀ ਇੰਨੀ ਕਮਜ਼ੋਰ ਹੋ ਗਈ ਕਿ ਉਹਨੂੰ ਸੁਸਾਇਟੀ ਦੇ ਆਵਾਜ਼ ਦੇ ਨਾਲ ਡਿਸੀਜ਼ਨ ਲੈਣੇ ਪੈਣਗੇ? ਕਿ ਜੁਡੀਸ਼ੀਅਰੀ ਦੇ ਆਪਣੇ ਫੈਸਲੇ ਇੰਨੇ ਕਮਜ਼ੋਰ ਹੋ ਗਏ ਕਿ ਜੇਕਰ ਸੁਸਾਇਟੀ ਆਵਾਜ਼ ਨਹੀਂ ਚੱਕੇਗੀ ਤੇ ਜੁਡੀਸ਼ੀਅਰੀ ਇਨਸਾਫ ਦਿਲਾਉਣ ਵਾਸਤੇ ਅਸਫਲ ਰਹੇਗੀ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ TV ਤੇ ਮੈਂ ਵਰੁਣ ਸ਼ਰਮਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇੱਕ ਵਾਰੀ ਫਿਰ ਤੋਂ ਸਾਡੇ ਸ਼ੋਅ ਸਫਰੇ ਜ਼ਿੰਦਗੀ ਦੇ ਵਿੱਚ। ਹਰ ਹਫਤੇ ਅਸੀਂ ਤੁਹਾਨੂੰ ਇੱਕ ਨਵੇਂ ਗੈਸਟ ਦੇ ਨਾਲ ਰੂਬਰੂ ਕਰਾਉਂਦੇ ਹਾਂ ਜਿਸ ਵਿੱਚ ਉਹਨਾਂ ਦੀ ਅਚੀਵਮੈਂਟਸ ਬਾਰੇ, ਉਹਨਾਂ ਦੀ ਜ਼ਿੰਦਗੀ ਬਾਰੇ ਦੱਸਦੇ ਹਾਂ। ਅੱਜ ਜਿਹੜੇ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਨਾਮ ਹੈ ਜੀ ਪਲਕ ਦੇਵ। ਜਿਸ ਉਮਰ ਵਿੱਚ ਅਸੀਂ ਸਾਰੇ ਕਾਲਜ ਲਾਈਫ ਇੰਜੋਏ ਕਰਨ ਬਾਰੇ ਸੋਚਦੇ ਹਾਂ, ਉਸ ਉਮਰ ਦੇ ਵਿੱਚ ਉਹ ਕੋਰਟ ਵਿੱਚ ਜਾ ਕੇ ਵੱਖਰੇ ਵੱਖਰੇ ਕੇਸਿਸ ਬਾਰੇ ਪੜ੍ਹ ਰਹੇ ਸੀਗੇ। ਇਹ ਕਿਉਂ ਸੀਗਾ ਤੇ ਇਸ ਦਾ ਕਾਰਨ ਕੀ ਸੀਗਾ ਚੂਜ਼ ਕਰਨ ਦਾ? ਉਹਨਾਂ ਨਾਲ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਤੇ ਤੁਹਾਨੂੰ ਦੱਸਾਂਗੇ। ਸਾਡੇ ਨਾਲ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਿਜ਼ਨ ਪੰਜਾਬ TV ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਮੈਮ? ਬਹੁਤ ਵਧੀਆ। ਅੱਛਾ, ਜਿੱਦਾਂ ਆਪਾਂ ਗੱਲਬਾਤ ਕਰ ਰਹੇ ਸੀਗੇ, ਤੁਹਾਡੀ ਇੰਟਰੋਡਕਸ਼ਨ ਬਾਰੇ ਵੀ ਅਸੀਂ ਸਾਰਿਆਂ ਨੂੰ ਇਹੀ ਦੱਸਿਆ ਕਿ ਜਿਸ ਉਮਰ ਦੇ ਵਿੱਚ ਅਸੀਂ ਆਪਣੇ ਕਾਲਜ ਲਾਈਫ ਬਾਰੇ ਸੁਪਨੇ ਲੈ ਰਹੇ ਹੁੰਦੇ ਹਾਂ ਵੀ ਕੈਂਟੀਨ 'ਚ ਜਾ ਕੇ ਇਹ ਕਰਾਂਗੇ, ਇੰਜੋਏ ਕਰਾਂਗੇ, ਫਿਲਮਾਂ ਦੇਖਣ ਜਾਵਾਂਗੇ, ਸ਼ਾਪਿੰਗ ਕਰਨ ਜਾਵਾਂਗੇ, ਤੁਸੀਂ ਉਸ ਉਮਰ ਦੇ ਵਿੱਚ ਕੋਰਟ ਦੇ ਵਿੱਚ ਜਾ ਕੇ ਵੱਖਰੇ ਵੱਖਰੇ ਕੇਸਿਸ ਪੜ੍ਹਦੇ ਨਜ਼ਰ ਆਏ। ਤੁਹਾਡੀ ਜ਼ਿੰਦਗੀ ਦਾ ਸਫ਼ਰ ਵੀ ਕੁਛ ਇਸ ਤਰ੍ਹਾਂ ਹੀ ਸ਼ੁਰੂ ਹੋਇਆ, ਤੁਹਾਡੀ ਗੱਲਾਂ ਬਾਤਾਂ ਤੋਂ ਤੁਹਾਨੂੰ ਪਤਾ ਲੱਗਿਆ। ਤੇ ਇਹ ਕਿਵੇਂ ਹੋਇਆ ਤੇ ਤੁਹਾਡਾ ਇੰਟਰਸਟ ਕਿਵੇਂ ਸ਼ੁਰੂ ਹੋਇਆ ਇਸ ਤੋਂ? ਮੈਂ ਬਹੁਤ ਛੋਟੀ ਏਜ ਤੋਂ ਘਰੋਂ ਬਾਹਰ ਸੀ ਜੀ। 12-13 ਸਾਲ ਦੀ ਏਜ 'ਚ ਮੈਂ ਹੋਸਟਲ ਚਲੀ ਗਈ ਸੀਗੀ। ਅਤੇ ਛੋਟੇ ਹੁੰਦੇ ਤੋਂ ਅਸੀਂ ਦੇਖਦੇ ਆ ਰਹੇ ਹਾਂ, ਆਈਵ ਸੀਨ ਬਹੁਤ ਸਾਰੇ ਸਫੀਅਰਸ 'ਚ ਕਿ ਕੁੜੀਆਂ ਨੂੰ ਬਹੁਤ ਮਿਸਟਰੀਟ ਕੀਤਾ ਜਾਂਦਾ ਸੀਗਾ ਕਿ ਕੁੜੀ ਆ ਨਹੀਂ ਕਰ ਸਕਦੀ ਜਾਂ ਉਹ ਨਹੀਂ ਕਰ ਸਕਦੀ, ਇਹਨਾਂ ਨੂੰ ਘਰ ਰੱਖਿਆ ਜਾਵੇ, ਇਹਨਾਂ ਨੂੰ ਨਾ ਕਰਾਇਆ ਜਾਵੇ, ਬਾਹਰ ਨਿਕਲੇਗੀ ਹੱਥੋਂ ਨਿਕਲ ਜਾਏਗੀ ਜੀ। ਇਹ ਸਾਰੇ ਵਰਡਿਕਟਸ ਮੈਂ ਬਹੁਤ ਉਹਦੇ ਤੋਂ ਸੁਣੇ ਹੈ। ਆਈ ਕਮ ਫਰੋਮ ਅ ਵੈਰੀ ਸਮॉल ਪਲੇਸ ਨੰਗਲ।
ਬਹੁਤ ਛੋਟਾ ਸ਼ਹਿਰ ਹੈ, ਲੋਕਾਂ ਦੀ ਸੋਚ ਵੀ ਓਨੀ ਹੀ ਛੋਟੀ ਹੈ। ਜਿੱਦਾਂ ਹੀ ਸਾਨੂੰ ਪੜ੍ਹਾਉਣ ਦੀ ਵਾਰੀ ਆਈ ਕਿ ਘਰਦਿਆਂ ਨੇ ਘਰ ਤੋਂ ਬਾਹਰ ਭੇਜਿਆ ਹੋਸਟਲ ਲਾਈਫ 'ਚ, ਜੀ ਤੇ ਸਾਰੇ ਰਿਸ਼ਤੇਦਾਰਾਂ ਨੇ, ਲੋਕਾਂ ਨੇ ਘਰਦਿਆਂ ਨੂੰ ਬਹੁਤ ਕੰਡੈਮ ਕੀਤਾ ਇਸ ਚੀਜ਼ ਲਈ ਕਿ ਕਿਆ ਜ਼ਰੂਰਤ ਹੈ, ਇੰਨਾ ਪੈਸਾ ਬਰਬਾਦ ਕਰਨ ਦੀ ਕੀ ਲੋੜ ਹੈ, ਬਟ ਕੀ ਕਰਨਾ ਹੈ, ਐਂਡ 'ਚ ਵਿਆਹ ਹੀ ਹੋਣਾ ਹੈ, ਜੀ ਐਂਡ ਬਗਾਨੀ ਧੀ ਬੇਗਾਨੀ ਬਣਨਾ ਹੈ। ਧੀ ਜੀ ਕਿਸੇ ਹੋਰ ਦੇ ਘਰ ਜਾਣਾ ਹੈ, ਇੰਨਾ ਸਭ ਕੁਝ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸੋ ਹਾਂ, ਬਹੁਤ ਸਾਰੇ ਇੱਦਾਂ ਦੇ ਸਫੇਅਰਸ। ਤਾਂ ਹਮੇਸ਼ਾ ਛੋਟੇ ਹੁੰਦੇ ਤੋਂ ਮੇਰੇ ਦਿਲ 'ਚ ਚਾਹ ਸੀਗੀ ਕਿ ਕੁਝ ਬਣ ਕੇ ਦਿਖਾਉਣਾ। ਜੀ ਮੇਰੇ ਪੇਰੈਂਟਸ ਨੇ ਜੇ ਮੇਰੇ ਉੱਤੇ ਇੰਨਾ ਕੌਨਫੀਡੈਂਸ ਦਿਖਾਇਆ, ਉਹਨਾਂ ਨੇ ਮੈਨੂੰ ਅੱਛੇ ਤੋਂ ਅੱਛੇ ਸਕੂਲ 'ਚ ਪੜ੍ਹਾਇਆ ਹੈ ਜਾਂ ਅੱਛੀ ਤੋਂ ਅੱਛੀ ਤਾਲੀਮ ਦਿੱਤੀ ਹੈ, ਤੇ ਮੈਂ ਉਹਨਾਂ ਨੂੰ ਕੁਝ ਬਣ ਕੇ ਦਿਖਾਵਾਂ। ਮਤਲਬ ਸ਼ੁਰੂਆਤ ਤੋਂ ਹੀ ਪੇਰੈਂਟਸ ਦੀ ਸਪੋਰਟ ਰਹੀ ਹੈ ਤੁਹਾਡੇ ਨਾਲ? ਬਹੁਤ। ਮੇਰੇ ਪੇਰੈਂਟਸ ਬਹੁਤ ਸਪੋਰਟਿਵ ਸੀਗੇ, ਬਹੁਤ ਹੀ ਜ਼ਿਆਦਾ। ਸਾਨੂੰ ਬਹੁਤ ਖੁੱਲ੍ਹਾ ਮਾਹੌਲ ਮਿਲਿਆ ਆਪਣੇ ਘਰ, ਕੋਈ ਵੀ ਗੱਲਬਾਤ ਕਰਨ ਦੀ ਆਜ਼ਾਦੀ ਸੀਗੀ ਸਾਡੇ ਘਰ। ਅਤੇ ਜਦ ਮੈਂ ਆਪਣਾ ਕਰੀਅਰ ਚੂਜ਼ ਕਰਨਾ ਸੀਗਾ, ਅਤੇ ਮੈਂ ਸਾਇੰਸ ਮੈਥਸ 'ਚ ਬਹੁਤ ਅੱਛੇ ਨੰਬਰ ਆਏ, ਸਕੂਲ 'ਚ ਟੌਪਰ ਸੀ ਜੀ 10th ਸਟੈਂਡਰਡ 'ਚ। ਅਤੇ ਜਦ +1 +2 ਸਬਜੈਕਟਸ ਲੈਣ ਦੀ ਵਾਰੀ ਆਈ ਜੀ, ਸਭ ਨੇ ਆਪਣੀ ਆਪਣੀ ਸਲਾਹ ਦਿੱਤੀ ਕਿ ਨਾਨ ਮੈਡੀਕਲ ਸਟਰੀਮ ਰੱਖੀ ਜਾਏਗੀ, ਕਿਉਂਕਿ 70 to 80% ਲੋਕੀ ਇਹੀ ਕਹਿੰਦੇ ਕਿ ਨਾਨ ਮੈਡੀਕਲ ਲੈਣੀ ਚਾਹੀਦੀ। ਜੀ ਨਾਨ ਮੈਡੀਕਲ ਰਖਵਾਤਾ ਜਾਏ। ਅੱਛਾ, ਇਹ ਸਾਇੰਸ ਵੀ ਬਹੁਤ ਅੱਛੇ ਨੰਬਰ ਆਏ, ਮੈਡੀਕਲ ਰਖਵਾ ਦਿਓ, ਡਾਕਟਰ ਬਣਾਓ। ਅਤੇ ਘਰ ਦੇ ਵੀ ਬਹੁਤ ਜ਼ੋਰ ਲਾਇਆ ਉਹਨਾਂ ਨੇ ਕਿ ਤੂੰ ਨਾਨ ਮੈਡੀਕਲ ਜਾਂ ਮੈਡੀਕਲ 'ਚ ਕੋਈ ਸਟਰੀਮ ਰੱਖ ਲੈ। ਅਤੇ ਜਦ ਮੈਂ ਕਿਹਾ ਮੈਂ ਆਰਟਸ ਕਰਨੀ ਹੈ, ਬਿਕੋਜ਼ ਮੈਂ ਲਾਅ ਕਰਨਾ ਚਾਹੁੰਦੀ ਹਾਂ ਅੱਗੇ, ਲਾਅ 'ਚ ਗ੍ਰੈਜੂਏਸ਼ਨ। ਤਾਂ ਇੱਕ ਵਾਰੀ ਤਾਂ ਸਾਰਿਆਂ ਦੇ ਹੱਥ ਪੈਰ ਫੁੱਲ ਗਏ ਕਿ ਇਹ ਸਟਰੀਮ ਕਿੱਥੋਂ ਇਹਦੇ ਦਿਮਾਗ 'ਚ ਆਈ, ਆ ਸੋਚਿਆ ਕਿਉਂ। ਮਤਲਬ ਸਾਡੇ ਪੂਰੇ ਦੂਰ ਦਰਾਜ਼ ਤੱਕ ਸਾਰੇ ਖਾਨਦਾਨ 'ਚ ਕੋਈ ਵਕੀਲ ਨਹੀਂ ਹੈ। ਆਈ ਐਮ ਫਸਟ ਜਨਰੇਸ਼ਨ ਲਾਇਰ। ਕੋਈ ਪਿੱਛੋਂ ਬੈਕਗਰਾਊਂਡ ਨਹੀਂ, ਕੋਈ ਕਿਸੇ ਤੋਂ ਕੋਈ ਸਪੋਰਟ ਨਹੀਂ, ਕੋਈ ਹੈਲਪ ਨਹੀਂ, ਜਾਂ ਕਿਸੇ ਨੇ ਕਿਹਾ ਹੋਵੇ ਕਿ ਕਿਸੇ ਨੇ ਮੇਰੇ ਦਿਮਾਗ 'ਚ ਪਾਤੀ ਹੈ ਗੱਲ, ਇੱਦਾਂ ਦਾ ਕੁਝ ਵੀ ਨਹੀਂ ਹੋਇਆ। ਸੋ ਆਪਣਾ ਇੰਟਰਸਟ ਸੀਗਾ ਮੇਰਾ, ਮੈਨੂੰ ਫੀਲਡ ਬਹੁਤ ਅੱਛੀ ਲੱਗੀ ਕਿ ਲੋਕੀ ਬਹੁਤ ਰਿਸਪੈਕਟ ਕਰਦੇ ਆ। ਦੂਸਰਾ ਆਫਕੋਰਸ ਐਜ਼ ਅ ਗਰਲ ਮੈਂ ਕਹੂੰਗੀ, ਲੋਕੀ ਇੱਕ ਤੁਹਾਡੇ ਤੋਂ ਡਰ ਵੀ ਪੈਦਾ ਹੋ ਜਾਂਦਾ ਹੈ ਕਿ ਵਕੀਲ ਹੈ ਤਾਂ ਆਲਰੇਡੀ ਇਹਨੂੰ ਸਾਰਾ ਕੁਝ ਪਤਾ ਹੋਏਗਾ ਜੀ। ਇਹ ਮੈਂ ਆਪਣੀ ਪੂਰੀ ਲਾਈਫ 'ਚ ਦੇਖਿਆ ਹੈ। ਲੋਕਾਂ ਨੂੰ ਉਹ ਡਰ ਕਿਤੇ ਨਾ ਕਿਤੇ ਰਹਿੰਦਾ ਹੈ ਤੁਹਾਡੇ ਤੋਂ, ਜਸਟ ਬਿਕੋਜ਼ ਉਹਨਾਂ ਨੂੰ ਲੱਗਦਾ ਕਿ ਇਹਨੂੰ ਸਾਡੇ ਤੋਂ ਜ਼ਿਆਦਾ ਪਤਾ ਹੈ ਜੀ। ਠੀਕ ਹੈ, ਉਹ ਸਾਰੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ। ਦੈਨ ਆਈ ਚੋਜ਼ ਦ ਸਟਰੀਮ ਆਰਟਸ ਰੱਖੀ ਮੈਂ। ਕੋਈ ਖੁਸ਼ ਨਹੀਂ ਸੀਗਾ ਮੇਰੇ ਘਰ 'ਚੋਂ। ਫਿਰ ਹੌਲੀ ਹੌਲੀ ਜਦ ਮੇਰੀ ਲਾਅ 'ਚ ਐਡਮਿਸ਼ਨ ਹੋ ਗਈ, 5 ਈਅਰ ਲਾਅ ਡਿਪਾਰਟਮੈਂਟ 'ਚ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਹੈ। ਇਨਫੈਕਟ ਮੈਂ ਆਪਣੀ ਡਬਲ ਗ੍ਰੈਜੂਏਸ਼ਨ ਕਹੂੰਗੀ, BA LLB ਇਕੱਠੇ ਹੁੰਦੀ ਹੈ ਸਾਡੇ 5 ਈਅਰ 'ਚ। ਅਤੇ ਜਦ ਮੈਂ ਉਹਦੇ 'ਚ ਮੇਰੀ ਐਡਮਿਸ਼ਨ ਹੋਈ, ਘਰ ਦੇ ਬਹੁਤ ਖੁਸ਼ ਹੋਏ, ਪਰ ਨਾਲ ਦੇ ਨਾਲ ਉਹਨਾਂ ਦੇ ਦਿਮਾਗ 'ਚ ਡਰ ਵੀ ਨਾਲ ਬੈਠਣ ਲੱਗ ਗਿਆ ਕਿ ਇਹ ਵਕਾਲਤ ਕਿਵੇਂ ਕਰੇਗੀ, ਕੋਈ ਇਹਨੂੰ ਹੈਲਪ ਨਹੀਂ ਹੈ ਪਿੱਛੋਂ, ਕਿੱਦਾਂ, ਔਰ ਫੈਮਿਲੀ ਬੈਕਗ੍ਰਾਉਂਡ ਵੀ ਕੁਝ ਫੈਮਿਲੀ ਬੈਕਗ੍ਰਾਉਂਡ ਨਹੀਂ ਹੈ, ਬਾਅਦ 'ਚੋਂ ਰਿਗਰੈਟ ਨਾ ਕਰੇ ਆਪਣਾ ਡਿਸੀਜਨ। ਕਾਫੀ ਵਾਰੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇ ਤੂੰ ਸਟਰੀਮ ਚੇਂਜ ਵੀ ਕਰਨਾ ਚਾਹੁੰਦੀ ਹੈ ਤਾਂ ਤੂੰ ਕਰ ਸਕਦੀ ਹੈ, ਹਾਲੇ ਵੀ ਵੀ ਵਿਲ ਸਪੋਰਟ ਯੂ। ਓਕੇ, ਬਟ ਮੈਂ ਬਹੁਤ ਐਡਮੈਂਟ ਸੀ ਕਿ ਨਹੀਂ, ਮੈਨੂੰ ਇਹ ਸਟਰੀਮ ਕਾਫੀ ਪਸੰਦ ਹੈ। ਜਦੋਂ ਮੈਂ 19 ਈਅਰਸ ਦੀ ਸੀਗੀ ਅਤੇ ਇੱਥੇ ਸਾਡੇ ਹਾਈ ਕੋਰਟ 'ਚ ਮੈਮ ਨੇ ਕਾਫੀ ਅੱਛੇ ਡੋਮੈਸਟਿਕ ਵਾਇਲੈਂਸ ਕੇਸਿਸ, ਡਾਊਰੀ ਕੇਸਿਸ ਐਂਡ ਕਾਫੀ ਅਦਰ ਕ੍ਰਿਮੀਨਲ ਮੈਟਰ ਉਹ ਕਰਦੇ ਨੇ। ਉਹਨਾਂ ਕੋਲ ਮੈਂ ਇੰਟਰਨਸ਼ਿਪ ਕੀਤੀ। 19 ਈਅਰਸ ਦੀ ਏਜ 'ਚ ਮੈਂ ਉਹਨਾਂ ਕੋਲ ਜਾਣਾ ਸ਼ੁਰੂ ਕਰਤਾ ਸੀਗਾ। ਤਾਂ ਮੈਂ ਹੌਲੀ ਕਰਕੇ ਕੋਰਟ ਦੀਆਂ ਪ੍ਰੋਸੀਡਿੰਗਸ ਦੇਖੀਆਂ। ਕੁਝ ਚੀਜ਼ਾਂ ਮੈਨੂੰ ਬਹੁਤ ਅਚੰਭਿਤ ਕਰਦੀਆਂ ਸੀਗੀਆਂ ਸ਼ੁਰੂ 'ਚ। ਫੈਸੀਨੇਟਿੰਗ, ਯੂ ਕੈਨ ਸੇ ਦੈਟ। ਆਈ ਵਾਜ਼ ਵੈਰੀ ਫੈਸੀਨੇਟਡ ਹਰ ਚੀਜ਼ ਦੇਖਣ 'ਚ, ਨਵਾਂ ਕੁਝ ਸਿੱਖਣ 'ਚ। ਕੁਝ ਚੀਜ਼ਾਂ ਜਦ ਅਸੀਂ ਪੜ੍ਹਦੇ ਸੀਗੇ ਤਾਂ ਸਮਝ ਆਇਆ ਕਿ ਅੱਛਾ, ਇਹਨਾਂ ਚੀਜ਼ਾਂ ਦੀ ਇਹ ਇੰਪੋਰਟੈਂਸ ਹੈ। ਕਦੀ ਸੋਚਿਆ ਨਹੀਂ ਸੀਗਾ ਛੋਟੇ ਹੁੰਦੇ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਐਂਡ ਇਹ ਸਭ 19 ਸਾਲਾਂ ਦੀ ਉਮਰ ਦੇ ਵਿੱਚ। ਯੈਸ, ਬਹੁਤ ਮੋਟੀਵੇਟਡ ਸੀਗੀ ਮੈਂ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ। ਉਸ ਤੋਂ ਬਾਅਦ ਜਦ ਮੇਰੀ ਲਾਅ ਖਤਮ ਹੋਈ ਤਦ ਤੱਕ ਮੈਨੂੰ ਕਾਫੀ ਉਹ ਸੀਗਾ ਕਿ ਮੈਂ ਅੱਗੇ ਹੋਰ ਪੜ੍ਹਾਈ ਕਰਾਂ। ਮੈਂ ਮਾਸਟਰਸ ਵੀ ਕੀਤੀ ਹੈ, ਬਟ ਉਹ ਨਾਲ ਹੀ ਕੀਤੀ ਸੀਗੀ ਮੈਂ ਆਪਣੀ ਪ੍ਰੈਕਟਿਸ 'ਤੇ। ਪ੍ਰੈਕਟਿਸ ਮੈਂ 2013 'ਚ ਸ਼ੁਰੂ ਕਰਤੀ ਸੀਗੀ, ਬਟ ਉਹਦੇ ਨਾਲ ਥੋੜ੍ਹੇ ਟਾਈਮ ਬਾਅਦ, 1 ਸਾਲ ਬਾਅਦ ਮੈਂ ਆਪਣੀ ਮਾਸਟਰਸ ਵੀ ਫਿਰ ਕੰਪਲੀਟ ਕੀਤੀ। ਦੁਬਾਰਾ ਤੋਂ ਫਿਰ ਮੈਂ ਕੋਰਟ ਆਉਣਾ ਸ਼ੁਰੂ ਕੀਤਾ। ਮੇਰੀ ਮਦਰ ਬਹੁਤ ਸੋਸ਼ਲ ਵਰਕ ਕਰਦੇ ਹੁੰਦੇ ਸੀ। ਜਦ ਮੈਂ ਛੋਟੇ ਹੁੰਦੇ ਤੋਂ ਆਪਣੀ ਮਦਰ ਨੂੰ ਦੇਖਿਆ ਹੈ ਕੁੜੀਆਂ ਦੇ ਵਿਆਹ ਕਰਾਉਂਦੇ ਹੋਏ, ਜਸਟ ਬਿਕੋਜ਼ ਉਹ ਆਪਣੇ ਆਪ ਨਹੀਂ ਅਫੋਰਡ ਕਰ ਸਕਦੀਆਂ, ਜਾਂ ਬਹੁਤ ਸਾਰਾ ਸੋਸ਼ਲ ਵਰਕ ਅਦਰਵਾਈਜ਼ ਵੀ। ਜੇ ਕਿਸੇ ਕੁੜੀ ਨਾਲ ਕੁਝ ਗਲਤ ਹੁੰਦਾ ਸੀਗਾ, ਮੇਰੀ ਮਦਰ ਬਹੁਤ ਬੁਲੰਦ ਆਵਾਜ਼ ਦੇ ਮਾਲਿਕ ਨੇ, ਅਤੇ ਉਹਨਾਂ ਨੇ ਹਮੇਸ਼ਾ ਕਹਿਣਾ ਕਿ
ਨਹੀਂ ਹੋਣਾ ਚਾਹੀਦਾ ਜਾਂ ਇਹ ਚੀਜ਼ ਨੂੰ ਠੀਕ ਕੀਤਾ ਜਾਵੇ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ। ਤਾਂ ਉਹ ਦੇਖਦੇ ਦੇਖਦੇ ਕਿਉਂਕਿ ਮੈਂ ਵੱਡੀ ਹੋਈ ਸੀਗੀ ਤਾਂ ਮੈਨੂੰ ਬਹੁਤ ਇੰਟਰਸਟ ਸੀਗਾ ਕਿ ਨਹੀਂ ਮੈਨੂੰ ਕੁਝ ਕਰਨਾ ਹੈ ਸੋਸਾਇਟੀ ਲਈ, ਜੀ ਜਾਂ ਉਹ ਕੁੜੀਆਂ ਦੀ ਸ਼ਾਇਦ ਮੈਂ ਆਵਾਜ਼ ਬਣ ਸਕਾਂ, ਜਾਂ ਮੈਂ ਜੇ ਕੁਝ ਕਰਕੇ ਦਿਖਾਊਂਗੀ ਤਾਂ ਮੇਰੇ ਨਕਸ਼ੇ ਕਦਮ ਤੇ ਚਲਦੇ ਚਲਦੇ ਮੇ ਬੀ ਹੋਰ ਬਹੁਤ ਸਾਰੀਆਂ ਕੁੜੀਆਂ ਨੇ ਜੋ ਆਪਣੇ ਕਰੀਅਰ ਮਤਲਬ ਜਿੱਦਾਂ ਜਿਹੜੀ ਗੱਲ ਕਹਿੰਦੇ ਸੀਗੇ ਵੀ ਕੋਈ ਆਵਾਜ਼ ਚੱਕਦਾ ਨਹੀਂ ਹੈ, ਤੁਸੀਂ ਉਹ ਆਵਾਜ਼ ਬਣਨਾ ਚਾਹੁੰਦੇ ਸੀਗੇ। ਜੀ ਬਿਲਕੁਲ। ਤੇ ਸਾਡੇ ਬਹੁਤ ਛੋਟੇ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ ਮੈਂ, ਤਾਂ ਬਹੁਤ ਘੱਟ ਕੁੜੀਆਂ ਨੂੰ ਚਾਂਸ ਮਿਲਦਾ ਹੈ ਘਰੋਂ ਬਾਹਰ ਨਿਕਲਣ ਦਾ। ਇਨਫੈਕਟ ਮੇਰੇ ਆਸ-ਪਾਸ ਜਿੰਨੀਆਂ ਮੇਰੀਆਂ ਫਰੈਂਡਸ ਸੀਗੀਆਂ ਬਹੁਤ ਛੇਤੀ ਸਾਰਿਆਂ ਦੇ ਵਿਆਹ ਹੋ ਗਏ, ਸਭ ਆਪਣੇ ਆਪਣੇ ਘਰ ਸੈਟਲ ਹੋ ਗਏ, ਬੱਚੇ ਹੋ ਗਏ, ਸਾਰਾ ਕੁਝ ਹੋ ਗਿਆ। ਮੈਨੂੰ ਬਹੁਤ ਵਾਰੀ ਸਮਝਾਇਆ ਗਿਆ ਕਿ ਨਹੀਂ ਕਰੀਅਰ ਇਹ ਸਭ ਕੁਝ ਤਾਂ ਬਾਅਦ ਦੀਆਂ ਗੱਲਾਂ ਹੈ। ਬਟ ਅੱਜ 7 ਸਾਲ ਆਫਟਰ ਮੇਰੀ ਪੜ੍ਹਾਈ ਖਤਮ ਹੋਣ ਦੇ 7 ਸਾਲ ਤੋਂ ਬਾਅਦ ਅੱਜ ਮੈਂ ਉਹਨਾਂ ਫਰੈਂਡਸ ਨੂੰ ਜਦ ਵਾਪਸ ਜਾ ਕੇ ਮਿਲਦੀ ਹਾਂ ਤਾਂ ਉਹ ਸਾਰੇ ਮੈਨੂੰ ਇਹੀ ਸਮਝਾਉਂਦੇ ਨੇ ਕਿ ਤੂੰ ਉਸ ਟਾਈਮ ਸਹੀ ਡਿਸੀਜਨ ਲਿੱਤਾ, ਤੂੰ ਆਪਣੇ ਲਈ ਖੜੀ ਹੋ। ਮੇ ਬੀ ਸ਼ਾਇਦ ਤੂੰ ਆਪਣੇ ਕਰੀਅਰ ਨੂੰ ਇੰਨਾ ਪ੍ਰੈਫਰੈਂਸ ਦਿੱਤੀ ਕਿ ਅੱਜ ਤੂੰ ਸਾਰਾ ਕੁਝ ਬਣਾ ਲਿਆ ਤੇ ਅਸੀਂ ਹਾਲੇ ਵੀ ਚੂਲੇ ਚੌਂਕੇ 'ਚ ਫਸੀਆਂ ਹੋਈਆਂ, ਬੱਚਿਆਂ ਨੂੰ ਦੇਖ ਰਹੀਆਂ ਜਾਂ ਆਪਣਾ ਘਰ-ਬਾਰ ਹੀ ਦੇਖ ਪਾ ਰਹੀਆਂ, ਕਰੀਅਰ ਬਾਰੇ ਤਾਂ ਸੋਚਿਆ ਹੀ ਨਹੀਂ। ਉਸ ਟਾਈਮ ਕਰੀਅਰ ਨੂੰ ਪ੍ਰੈਫਰੈਂਸ ਦਿੱਤੀ ਹੀ ਨਹੀਂ। ਅੱਜ ਸਾਨੂੰ ਕੋਈ ਪ੍ਰੈਫਰੈਂਸ ਦਿੰਦਾ ਨਹੀਂ ਤਾਂ ਓਬਵੀਅਸ ਜੀ ਗੱਲ ਹੈ ਕਿ ਉਹ ਹਰ ਕੋਈ ਤੁਹਾਨੂੰ ਦੇਖਦਾ ਹੈ। ਤੁਸੀਂ ਜੇ ਰੋਲ ਮਾਡਲ ਬਣਨਾ ਹੈ ਬਾਕੀਆਂ ਲਈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉੱਠ ਕੇ ਸਭ ਕੁਝ ਕਰਨਾ ਪਏਗਾ, ਉਹ ਸਟੈਪਸ ਤੁਹਾਨੂੰ ਚੱਕਣੇ ਪੈਣਗੇ ਤੇ ਕਾਫੀ ਜ਼ਿਆਦਾ ਸੈਕਰੀਫਾਈਸਿਸ ਵੀ ਕਰਨੇ ਪੈਂਦੇ। ਜੇ ਆਪਾਂ ਆਪਣੇ ਕਰੀਅਰ ਨੂੰ ਇੱਕ ਪੈਸ਼ਨ ਦੀ ਤਰ੍ਹਾਂ ਟਰੀਟ ਕਰੀਏ ਤਾਂ ਸਾਨੂੰ ਬਹੁਤ ਕੁਝ ਛੱਡਣਾ ਵੀ ਪੈਂਦਾ। ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਸ਼ੁਰੂਆਤ ਦੇ ਵਿੱਚ ਹੀ, ਕਾਲਜ ਲਾਈਫ ਬੰਦਾ ਇੰਨੀ ਇੰਜੋਏ ਨਹੀਂ ਕਰ ਪਾਉਂਦਾ ਕਿਉਂਕਿ ਬੰਦਾ ਬੜਾ ਡਿਟਰਮਿੰਡ ਹੁੰਦਾ, ਫੋਕਸਡ ਹੁੰਦਾ। ਤੇ ਤੁਹਾਨੂੰ ਕੀ ਛੱਡਣਾ ਪਿਆ? ਕਾਫੀ ਕੁਝ। ਇਨਫੈਕਟ ਮੈਂ ਸ਼ੁਰੂ ਤੋਂ ਦੱਸਦੀ ਹਾਂ ਕਿ ਜਦ ਸਾਰੇ ਮੇਰੇ ਫਰੈਂਡਸ ਜਿਸ ਟਾਈਮ 'ਤੇ ਅੱਛੀਆਂ ਗੱਡੀਆਂ 'ਚ ਆਉਂਦੇ ਹੁੰਦੇ ਸੀਗੇ, ਜਦ ਅਸੀਂ ਡਿਪਾਰਟਮੈਂਟ 'ਚ ਪੜ੍ਹਦੇ ਸੀਗੇ, ਆਈ ਥਿੰਕ ਮੈਂ ਪੈਦਲ ਜਾਂਦੀ ਹੁੰਦੀ ਸੀਗੀ। ਅਤੇ ਮੈਨੂੰ ਇਹ ਹੁੰਦਾ ਸੀਗਾ ਕਿ ਵਟਐਵਰ ਆਈ ਐਮ ਅਰਨਿੰਗ ਜਾਂ ਵਟਐਵਰ ਆਈ ਐਮ ਗੈਟਿੰਗ ਇਨ ਇੰਟਰਨਸ਼ਿਪਸ ਜਾਂ ਫਿਰ ਕੁਛ ਵੀ ਛੋਟਾ ਮੋਟਾ ਕਰਕੇ ਮੈਂ ਉਹ ਚੀਜ਼ਾਂ ਸੇਵ ਕਰਾਂ ਫॉर ਮਾਈ ਬੈਟਰ ਫਿਊਚਰ। ਬਿਕੋਜ਼ ਉਸ ਤੋਂ ਬਾਅਦ ਮੈਂ ਹਮੇਸ਼ਾ ਤੋਂ ਬਹੁਤ ਫੋਕਸ ਸੀਗੀ ਕਿ ਮੈਂ ਆਪਣੇ ਕਰੀਅਰ 'ਚ ਕੁਛ ਬਣ ਕੇ ਦਿਖਾਉਣਾ। ਮੇਰੇ ਪੇਰੈਂਟਸ ਮੈਨੂੰ ਸਪੋਰਟ ਕਰਨਾ ਵੀ ਜੇ ਚਾਹੁੰਦੇ ਸੀ ਤਾਂ ਮੈਂ ਕਹਿੰਦੀ ਹੁੰਦੀ ਸੀ ਕਿ ਨਹੀਂ, ਜੋ ਵੀ ਖਰੀਦੂੰਗੀ ਮੈਂ ਹਮੇਸ਼ਾ ਆਪਣੇ ਪੈਸਿਆਂ ਨਾਲ ਖਰੀਦੂੰਗੀ। ਮੈਂ ਆਪਣੀ ਫਰਸਟ ਜੌਬ ਕੀਤੀ 8000 ਰੁਪਏ ਤੋਂ। ਮੈਂ ਆਪਣੀ ਫਰਸਟ ਜੌਬ ਸਟਾਰਟ ਕੀਤੀ ਸੀਗੀ ਦਿੱਲੀ 'ਚ। ਮੈਂ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਇੰਟਰਵਿਊਜ਼ ਦਿੱਤੀਆਂ, ਬਹੁਤ ਇੰਟਰਵਿਊਜ਼ 'ਚ ਮੈਂ ਰੋਂਦੇ ਹੋਏ ਬਾਹਰ ਨਿਕਲੀ ਹਾਂ ਬਿਕੋਜ਼ ਸੈਕਸ਼ੂਅਲ ਹੈਰੈਸਮੈਂਟ ਸਾਡੇ ਆਪਣੇ ਫੀਲਡ 'ਚ ਵੀ ਬਹੁਤ ਜ਼ਿਆਦਾ, ਮਤਲਬ ਲਾਅ ਦੇ ਫੀਲਡ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਹੈ ਇਹ ਸੈਕਸ਼ੂਅਲ ਹੈਰੈਸਮੈਂਟ ਜਿਹੜੀ ਹੈ ਜਿਹੜੇ ਸੀਨੀਅਰ ਐਡਵੋਕੇਟਸ ਨੇ ਕੁਛ ਇੱਕ ਬਹੁਤ ਉਹ ਆਬਜੈਕਟੀਫਾਈ ਕਰਦੇ ਆ ਜੂਨੀਅਰਸ ਨੂੰ। ਉਹਨਾਂ ਨੇ ਕਿਉਂ ਰੱਖੀਆਂ ਹੋਈਆਂ ਇੰਨੀਆਂ ਸੋਹਣੀਆਂ ਜੂਨੀਅਰਸ? ਜਸਟ ਬਿਕੋਜ਼ ਆਈ ਕੈਂਡੀਜ਼। ਓਕੇ, ਦਿਸ ਇਜ਼ ਵਾਟ ਦੇ ਆਰ ਕਾਲਡ, ਆਈ ਕੈਂਡੀਜ਼। ਇਹ ਇੱਜ਼ਤ ਹੈ ਇੱਕ ਕੁੜੀ ਦੀ ਸਾਡੇ ਆਪਣੇ ਪ੍ਰੋਫੈਸ਼ਨ 'ਚ, ਲਾਅ ਡਿਪਾਰਟਮੈਂਟ ਦੇ ਵਿੱਚ। ਤੇ ਅਸੀਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਫਿਰ ਆਉਣ ਵਾਲੇ ਟਾਈਮ ਵਿੱਚ ਇਸ ਲਾਅ ਡਿਪਾਰਟਮੈਂਟ ਦਾ ਸੁਧਾਰ ਹੋਵੇਗਾ? ਹੌਲੀ ਹੌਲੀ ਤੁਸੀਂ ਦੇਖ ਰਹੇ ਹੋ ਕਿੰਨੀਆਂ ਕੁੜੀਆਂ ਜ਼ਿਆਦਾ ਆਉਣ ਲੱਗ ਗਈਆਂ ਹੈ ਕੋਰਟਾਂ 'ਚ। ਪਹਿਲਾਂ ਤਾਂ ਆਈ ਥਿੰਕ 1000 ਵਕੀਲ ਦੇ ਪਿੱਛੇ ਇੱਕ ਕੁੜੀ ਦਿਖਦੀ ਹੁੰਦੀ ਸੀਗੀ, ਹੁਣ ਐਟਲੀਸਟ ਉਹਨਾਂ ਦੀ ਤਾਦਾਦ ਵੱਧ ਗਈ ਹੈ। ਆਉਣ ਵਾਲੇ ਟਾਈਮ ਵਿੱਚ ਦਿਖ ਰਿਹਾ ਸਾਰਾ ਕੁਝ ਚੇਂਜ ਹੋ ਰਿਹਾ। ਜੱਜਸ ਬਹੁਤ ਸਾਰੀਆਂ, ਇੰਨੀਆਂ ਲੇਡੀ ਜੱਜਸ ਕਦੀ ਨਹੀਂ ਦੇਖੀਆਂ ਸੀ ਅਸੀਂ ਕੋਰਟ 'ਚ। ਸੁਪਰੀਮ ਕੋਰਟ 'ਚ ਆਈ ਥਿੰਕ 2 ਜਾਂ 3 ਜੱਜਸ ਹੁੰਦੀਆਂ ਸੀਗੀਆਂ ਸ਼ੁਰੂ 'ਚ। ਹਾਈ ਕੋਰਟ ਸਾਡੇ ਸਿਰਫ 1 ਜਾਂ 2 ਲੇਡੀ ਜੱਜਸ ਹੁੰਦੀਆਂ ਸੀਗੀਆਂ ਜਦ ਮੈਂ ਜਾਣਾ ਸ਼ੁਰੂ ਕੀਤਾ। ਨਾਓ ਵੀ ਹੈਵ ਅ ਲੋਟ ਆਫ। ਤੇ ਮਤਲਬ ਜਿਹੜੀ ਉਹ ਜਾਗਰੂਕਤਾ ਹੈ ਉਹ ਲੋਕਾਂ ਦੇ ਵਿੱਚ ਆ ਰਹੀ ਹੈ। ਤੇ ਜਿਵੇਂ ਕਿ ਤੁਸੀਂ ਦੱਸਿਆ ਕਿ ਕਾਫੀ ਜ਼ਿਆਦਾ ਹਰਾਸਮੈਂਟ ਹੋਈ ਤੁਹਾਨੂੰ ਆਪਣੇ ਫੀਲਡ ਦੇ ਵਿੱਚ ਹੀ। ਜਦੋਂ ਇੰਨੀ ਮਿਹਨਤ ਕਰਕੇ ਤੁਸੀਂ ਕਿਤੇ ਅਪਰੋਚ ਕਰਦੇ ਹੋ ਜਾ ਕੇ, ਉੱਥੇ ਜਦੋਂ ਇਦਾਂ ਦੀ ਹਰਾਸਮੈਂਟ ਹੁੰਦੀ ਹੈ ਤੇ ਫਰਸਟ੍ਰੇਸ਼ਨ ਨਹੀਂ ਆਈ ਕਿ ਯਾਰ ਮੈਂ ਗਲਤ ਚੂਜ਼ ਕਰ ਲਿਆ? ਇੱਕ ਵਾਰੀ ਬੰਦਾ ਸੋਚਦਾ ਹੈ ਕਿ ਆਪ ਗਲਤ ਫੀਲਡ ਚ ਕੀ ਸੋਚ ਲਿਆ। ਮਾਂ-ਬਾਪ ਦਾ ਵੀ ਯਾਦ ਆਉਂਦਾ ਜਿਹੜੇ ਉਸ ਟਾਈਮ ਤੇ ਮਨਾ ਕਰਦੇ ਸੀ। ਜਦ ਉਹਨਾਂ ਨੂੰ ਫੋਨ ਕਰੀਦਾ ਤਾਂ ਉਸ ਟਾਈਮ ਤੇ ਬੰਦਾ ਸੋਚਦਾ ਹੈ ਕਿ ਰੋਕੇ ਜੇ ਇਹਨਾਂ ਨੂੰ ਦੱਸਿਆ ਇਹਨਾਂ ਨੇ ਤਾਂ ਕਹਿਣਾ ਘਰ ਵਾਪਸ ਆ ਜਾ, ਵਿਆਹ ਕਰਾ ਦਿੰਦੇ ਆ। ਉਹ ਤਾਂ ਔਰ ਉਸ ਟਾਈਮ ਉਹ ਵੀ ਆਪਣੇ ਆਪ ਨੂੰ ਸੰਭਿਆ। ਬਿਲਕੁਲ। ਕਦੀ ਬਹੁਤ ਇੱਦਾਂ ਦੇ ਵੀ ਮੈਂ ਦਿਨ ਦੇਖਿਆ ਜਦੋਂ ਆ ਕੇ ਰੋ ਕੇ ਸੁੱਤੇ ਆ ਤੇ ਘਰਦਿਆਂ ਨੂੰ ਕਦੀ ਫੋਨ ਨਹੀਂ ਕੀਤਾ ਕਿਸੇ ਵੀ ਪ੍ਰੋਬਲਮ 'ਚ ਕਿ ਆ ਕੇ ਲੈ ਜਾਓ ਜਾਂ ਕੋਈ ਹੈਲਪ ਕਰ ਦਿਓ ਜਾਂ ਇਨਫੈਕਟ ਮੋਨੀਟਰੀ ਹੈਲਪ ਵੀ। ਜਿਸ ਟਾਈਮ ਮੈਂ ਆਪਣੀ ਸਟੱਡੀਜ਼ ਕੰਪਲੀਟ ਕੀਤੀਆਂ ਉਸ ਤੋਂ ਬਾਅਦ ਮੈਂ ਆਪਣੇ ਘਰਦਿਆਂ ਤੋਂ ਮੋਨੀਟਰੀ ਹੈਲਪ ਇਨ ਐਨੀ ਮੈਨਰ ਨਹੀਂ ਲਿੱਤੀ। ਅਤੇ ਮੈਂ ਹੌਲੀ ਕਰਕੇ ਆਪਣੀ ਫਰਸਟ ਜੌਬ ਤੋਂ ਲੈ ਕੇ ਅੱਜ ਤੱਕ ਮੈਂ ਆਪਣੇ ਆਪ ਸਾਰਾ ਕੁਝ ਬਣਾਇਆ। ਮੈਂ ਘਰ ਆਪਣਾ ਆਪਣੇ ਆਪ ਬਣਾਇਆ। ਬਹੁਤ ਛੋਟੀ ਏਜ 'ਚ ਮੈਂ ਬਹੁਤ ਕੁਛ ਅਚੀਵ ਕੀਤਾ ਜੋ ਕਿ ਮੇਰੀ ਏਜ ਦੀਆਂ ਬਹੁਤ ਸਾਰੀਆਂ ਕੁੜੀਆਂ ਦਾ ਸੁਪਨਾ ਹੀ ਹੁੰਦਾ ਜੀ। ਅਤੇ ਮੈਂ ਸ਼ਾਇਦ ਉਹ ਸਾਰੇ ਸੁਪਨੇ ਸੱਚ ਕੀਤੇ। ਅੱਜ ਉਹੀ ਪੇਰੈਂਟਸ ਨੇ ਜਿਹੜੇ ਉਸ ਟਾਈਮ ਸ਼ਾਇਦ ਸਪੋਰਟ ਨਹੀਂ ਕਰਦੇ ਸੀ ਜਾਂ ਸਮਝ ਨਹੀਂ ਪਾਉਂਦੇ ਸੀਗੇ ਮੇਰੀ
ਫੀਲਿੰਗ ਨੂੰ ਕਿ ਮੇਰਾ ਇੰਨਾ ਪੈਸ਼ਨ ਕਿਉਂ ਹੈ ਇਸ ਫੀਲਡ ਦੀ ਤਰਫ। ਅੱਜ ਉਹ ਕਹਿੰਦੇ ਨੇ ਕਿ ਬਹੁਤ ਅੱਛਾ ਡਿਸੀਜਨ ਲਿੱਤਾ ਸਾਡੇ ਬੱਚੇ ਨੇ। ਅੱਜ ਸੋਸਾਇਟੀ 'ਚ 4 ਲੋਕਾਂ ਮੂਹਰੇ ਗੱਲ ਕਰਦੇ ਹੋਏ ਉਹਨਾਂ ਨੂੰ ਬਹੁਤ ਅੱਛਾ, ਹੋਰ ਲੋਕਾਂ ਨੂੰ ਵੀ ਮੋਟੀਵੇਟ ਕਰਦੇ ਆ ਇਹਦੇ ਨਾਲ। ਬਾਕੀ ਜਿਹੜੀ ਕੁੜੀਆਂ ਜਿਹੜੀ ਦਬੀਆਂ ਹੋਈਆਂ, ਦੱਸਣਾ ਚਾਹੂੰਗੀ ਕਿ ਆਲਮੋਸਟ ਮੇਰੇ ਸਾਰੇ ਕਜ਼ਨਸ, ਮੇਰੇ ਜਿੰਨੇ ਸਾਡੇ ਜਾਣਨ ਵਾਲੇ ਨੇ, ਉਹਨਾਂ ਸਾਰਿਆਂ ਦੇ ਬੱਚੇ ਅੱਜ ਸਾਰਿਆਂ ਨੇ ਲਾਅ ਕਰਨੀ ਹੈ। ਕੀ ਬਾਤ ਹੈ। ਸਭ ਨੇ ਲਾਅ, ਇਨਫੈਕਟ ਮੇਰੇ ਰੀਅਲ ਮਾਮਾ ਜੀ ਦਾ ਬੇਟਾ, ਮੇਰੀ ਮਾਸੀ ਦੀ ਬੇਟੀ, ਜੋ ਮੇਰੇ ਤੋਂ ਛੋਟੇ ਮੇਰੇ ਕਜ਼ਨਸ ਸੀਗੇ, ਸਭ ਲਾਅ, ਕਿਉਂਕਿ ਉਹਨਾਂ ਨੇ ਆਪਣੀ ਵੱਡੀ ਸਿਸਟਰ ਹੋਈ ਮੈਂ ਉਹਨਾਂ ਦੀ, ਉਹਨਾਂ ਨੇ ਆਪਣੀ ਵੱਡੀ ਸਿਸਟਰ ਨੂੰ ਅੱਛੇ ਉਹਦੇ 'ਤੇ ਦੇਖਿਆ ਪਲੇਟਫਾਰਮ 'ਤੇ, ਤਾਂ ਓਬਵੀਅਸਲੀ ਹਰ ਕੋਈ ਉਹਨੂੰ ਫੋਲੋ ਕਰਨਾ ਚਾਹੁੰਦਾ। ਮੇਰਾ ਨੈਫਿਊ ਹੈ, ਮੇਰੀ ਨੀਜ਼ ਹੈ, ਭਤੀਜਾ ਤੇ ਭਾਂਜੀ, ਮੇਰੀ ਵੱਡੇ ਭੈਣ ਭਰਾ ਨੇ ਹੈ, ਤੇ ਉਹਨਾਂ ਦੇ ਬੱਚੇ ਦੋਨੋਂ ਇਹ ਕਹਿੰਦੇ ਨੇ ਕਿ ਅਸੀਂ ਵੱਡੇ ਹੋ ਕੇ ਕਿੱਦਾਂ ਦਾ ਬਣਨਾ ਹੈ। ਉਹ ਕਹਿੰਦੀ ਹੈ ਮੈਂ ਮਾਸੀ ਵਰਗਾ ਬਣਨਾ ਹੈ, ਬਿਕੋਜ਼ ਕਿੱਦਾਂ ਦੀ ਫੀਲਿੰਗ ਆਉਂਦੀ ਹੈ ਜਦੋਂ ਇਹ ਇੰਨੀ ਵੱਡੀ ਅਚੀਵਮੈਂਟ ਇਟ ਇਜ਼ ਅ ਰੋਲ, ਇਟ ਫੀਲਸ ਲਾਈਕ ਯੂ ਆਰ ਅ ਰੋਲ ਮਾਡਲ ਟੂ them, ਐਂਡ ਉਹ ਬਹੁਤ ਅੱਛੀ ਫੀਲਿੰਗ ਹੈ। ਆਈ ਥਿੰਕ ਦੁਨੀਆ 'ਚ ਉਸ ਫੀਲਿੰਗ ਨੂੰ ਕੋਈ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ, ਆਈ ਕੈਨ ਸੇ ਦੈਟ, ਕਿਉਂਕਿ ਜਦੋਂ ਛੋਟੇ ਛੋਟੇ ਬੱਚੇ, ਉਹ 11-11 ਸਾਲ ਦੇ ਬੱਚੇ ਜਦ ਕਹਿੰਦੇ ਨੇ ਨਾ ਕਿ ਅਸੀਂ ਇੱਦਾਂ ਦਾ ਬਣਨਾ ਹੈ, ਅਸੀਂ ਆਪੇ ਅਚੀਵ ਕਰਨਾ ਹੈ, ਤਾਂ ਮੈਨੂੰ ਬਹੁਤ ਅੱਛਾ ਫੀਲ ਹੁੰਦਾ ਹੈ ਕਿ ਮੈਂ ਉਹਨਾਂ ਨੂੰ ਕੁਝ ਜ਼ਿੰਦਗੀ 'ਚ ਅੱਛਾ ਸਿਖਾ ਕੇ ਜਾ ਰਹੀ ਹਾਂ। ਜੀ ਬਿਲਕੁਲ, ਤੁਹਾਡੀ ਜ਼ਿੰਦਗੀ ਬਾਰੇ ਤਾਂ ਅਸੀਂ ਜਾਣਿਆ, ਜਿਹੜੀ ਅਚੀਵਮੈਂਟ ਤੁਹਾਨੂੰ ਘਰੋਂ ਹੀ ਮਿਲੀ ਹੈ ਬਹੁਤ ਵੱਡੀ ਅਚੀਵਮੈਂਟ ਹੈ, ਬਹੁਤ ਸੋਹਣਾ ਲੱਗਿਆ ਇਹ ਸੁਣ ਕੇ। ਲੇਕਿਨ ਹੁਣ ਆਪਾਂ ਗੱਲ ਕਰਾਂਗੇ ਤੁਹਾਡੀ ਫੀਲਡ ਵਿੱਚ ਜਿਹੜੇ ਹੋ ਰਹੀਆਂ ਚੀਜ਼ਾਂ ਨੇ। ਜੇ ਆਪਾਂ ਸਾਲ 2020 ਦੀ ਗੱਲ ਕਰੀਏ ਤਾਂ ਕਿਸੇ ਲਈ ਵੀ ਚੰਗਾ ਨਹੀਂ ਰਿਹਾ, ਅਤੇ ਇੰਡੀਆ ਦੇ ਲਈ ਵੀ ਕਾਫੀ ਜ਼ਿਆਦਾ ਨੁਕਸਾਨਦੇਹ ਰਿਹਾ। ਇਹਨਾਂ ਨੁਕਸਾਨਾਂ ਬਾਰੇ ਵੀ ਅਸੀਂ ਗੱਲ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਲਵਾਂਗੇ ਜੀ ਇੱਕ ਛੋਟਾ ਜਿਹਾ ਬ੍ਰੇਕ। ਪਲਕ ਦੇਵ ਜੀ ਸਾਡੇ ਨਾਲ ਨੇ, ਜਿਨ੍ਹਾਂ ਦੀ ਜ਼ਿੰਦਗੀ ਬਾਰੇ ਤੁਸੀਂ ਹੁਣ ਤੱਕ ਸੁਣ ਚੁੱਕੇ ਹੋ, ਅਤੇ ਅਗਲੀਆਂ ਕੁਝ ਗੱਲਾਂ ਕਾਫੀ ਇੰਪੋਰਟੈਂਟ ਨੇ ਜਿਹੜੀਆਂ ਅਸੀਂ ਤੁਹਾਨੂੰ ਦੱਸਾਂਗੇ। ਲੇਕਿਨ ਉਸ ਤੋਂ ਪਹਿਲਾਂ ਲੈਣ ਜਾ ਰਹੇ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਮਿਲਦੇ ਹਾਂ, ਅਤੇ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਵਿਜ਼ਨ ਪੰਜਾਬ TV ਦੇ ਉੱਤੇ। ਜਿਵੇਂ ਕਿ ਤੁਹਾਨੂੰ ਪਤਾ, ਸਾਡੇ ਨਾਲ ਨੇ ਅੱਜ ਪਲਕ ਦੇਵ ਜੀ, ਜਿਨ੍ਹਾਂ ਨਾਲ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਸਫਰੇ ਜ਼ਿੰਦਗੀ ਦੇ ਇਸ ਸ਼ੋਅ ਦੇ ਵਿੱਚ। ਤੇ ਆਓ ਫਿਰ ਕਰਦੇ ਹਾਂ ਬਾਕੀ ਦੀਆਂ ਗੱਲਾਂ। ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਵੀ ਕਾਫੀ ਇੰਪੋਰਟੈਂਟ ਗੱਲਾਂ ਅਸੀਂ ਆਪਣੇ ਵਿਊਅਰਸ ਨੂੰ ਦੱਸਣੀਆਂ। ਅਸੀਂ ਗੱਲ ਕਰ ਰਹੇ ਸੀਗੇ ਸਾਲ 2020 ਦੀ। ਸਾਲ 2020 ਜਦੋਂ ਦਾ ਚੜ੍ਹਿਆ, ਉਦੋਂ ਤੋਂ ਹੀ ਕਾਫੀ ਪ੍ਰੋਬਲਮਸ ਸਾਰੀ ਕੰਟਰੀਜ਼ ਨੂੰ ਫੇਸ ਕਰਨੀਆਂ ਪਈਆਂ। ਪੂਰੇ ਵਰਲਡ ਦੇ ਲਈ ਇਹ ਸਾਲ ਕਾਫੀ ਜ਼ਿਆਦਾ ਨੈਗੇਟਿਵ ਰਿਹਾ, ਨੈਗੇਟਿਵਿਟੀ ਫੈਲੀ ਹੈ ਇਸ ਸਾਲ ਦੇ ਵਿੱਚ। ਇਸ ਸਾਲ ਦੇ ਵਿੱਚ ਕੁਝ ਐਸੀਆਂ ਗੱਲਾਂ ਹੋਈਆਂ ਜਿਹੜੀਆਂ ਕਿ ਲੋਕਾਂ ਨੂੰ ਇੱਕਦਮ ਬੇਬਸ ਕਰ ਬੈਠੀ ਹੈ। ਕਾਫੀ ਲੋਕਾਂ ਦਾ ਰੋਜ਼ਗਾਰ ਛੁੱਟ ਗਿਆ, ਕਾਫੀ ਲੋਕਾਂ ਨੂੰ ਰੋਟੀ ਖਾਣ ਵਾਸਤੇ ਹੱਥ ਅੱਡਣੇ ਪੈ ਗਏ, ਔਰ ਕਾਫੀ ਲੋਕ ਇੱਦਾਂ ਦੇ ਸੀਗੇ ਜਿਹੜੇ ਅੱਜ ਵਧੀਆ ਲੈਵਲ 'ਤੇ ਸੈਟਲ ਸੀਗੇ, ਲੇਕਿਨ ਉਹਨਾਂ ਨੂੰ ਦੁਬਾਰਾ ਤੋਂ ਉਹਨਾਂ ਨੂੰ ਬਿਲਕੁਲ ਡਾਊਨ ਲੈਵਲ 'ਤੇ ਲੈ ਕੇ ਆ ਗਏ ਇਹ ਸਾਲ 2020। ਅਤੇ ਜੇਕਰ ਅਸੀਂ ਗੱਲ ਕਰੀਏ ਕ੍ਰਿਮੀਨਲ ਮਾਮਲੇ 'ਚ, ਜੇ ਅਸੀਂ ਤੁਹਾਡੇ ਫੀਲਡ ਦੇ ਬਾਰੇ ਗੱਲ ਕਰੀਏ, ਜਿਸ ਫੀਲਡ ਦੇ ਵਿੱਚ ਤੁਸੀਂ ਹੋ ਗਏ ਹੋ, ਲਾਅ ਡਿਪਾਰਟਮੈਂਟ ਦੀ, ਇੰਡੀਅਨ ਲਾਅ ਨੂੰ ਹੁਣ ਅੱਜ ਕੱਲ੍ਹ ਇੰਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਕਿਉਂਕਿ ਕਹਿੰਦੇ ਆ ਕਿ ਇੰਡੀਅਨ ਲਾਅ ਦੇ ਵਿੱਚ ਜਦੋਂ ਵੀ ਕੋਈ ਕੇਸ ਆਉਂਦਾ ਹੈ ਅਤੇ ਉਸ ਕੇਸ ਨੂੰ ਡਿਲੇ ਕਰ ਦਿੱਤਾ ਜਾਂਦਾ। ਉਹ ਇਸ ਲਈ ਕਿਉਂਕਿ ਇੱਕ ਜੱਜ ਦੇ ਪਿੱਛੇ ਲੱਖਾਂ ਕੇਸਿਸ ਹੁੰਦੇ ਆ, ਜਿਸ ਨੂੰ ਉਹਨੂੰ ਜੱਜ ਕਰਨਾ ਹੁੰਦਾ ਹੈ, ਜਿਸ ਦੇ ਬਾਰੇ ਉਸਨੇ ਡਿਸੀਜ਼ਨ ਦੇਣਾ ਹੁੰਦਾ ਹੈ, ਜਿਸ ਕਰਕੇ ਜਿਹੜੇ ਸਾਡੇ ਕੇਸਿਸ ਆ ਕਾਫੀ ਡਿਲੇ ਹੋ ਜਾਂਦੇ ਆ। ਕੁਝ ਇੰਪੋਰਟੈਂਟ ਕੇਸਿਸ ਵੀ ਡਿਲੇ ਹੋ ਜਾਂਦੇ ਆ। ਅਤੇ ਜੇਕਰ ਅਸੀਂ ਲੇਟੈਸਟ ਕੇਸ ਦੀ ਗੱਲ ਕਰੀਏ, ਹਥਰਸ ਰੇਪ ਕੇਸ, ਇੱਕ ਇਹੋ ਜਿਹਾ ਖੌਫਨਾਕ ਕੇਸ ਜਿਸ ਨੂੰ ਸੁਣ ਕੇ ਦੁਬਾਰਾ ਤੋਂ ਰੋਂਗਟੇ ਖੜੇ ਹੋ ਜਾਂਦੇ। ਇੱਕ ਦਲਿਤ ਪਰਿਵਾਰ ਦੀ ਕੁੜੀ ਦਾ ਰੇਪ ਕੀਤਾ ਜਾਂਦਾ ਅਤੇ ਉਸ ਦੀ ਬੋਡੀ ਨੂੰ ਪੁਲਿਸ ਵਾਲੇ ਵੱਲੋਂ ਹੀ ਜਲਾ ਦਿੱਤਾ ਜਾਂਦਾ। ਉਸ ਦੇ ਉੱਤੇ ਇੰਨੇ ਐਕਸ਼ਨ ਨਹੀਂ ਲਿੱਤੇ ਜਾ ਰਹੇ ਜਿੰਨੀ ਜ਼ਰੂਰਤ ਸੀਗੀ। ਮੀਡੀਆ ਵੱਲੋਂ ਵੀ ਪੂਰੀ ਸਪੋਰਟ ਕੀਤੀ ਜਾ ਰਹੀ ਹੈ, ਲੇਕਿਨ ਇੱਕ ਟਾਈਮ 'ਤੇ ਆ ਕੇ ਉਹਨਾਂ ਦੇ ਵੀ ਹੱਥ ਖੜੇ ਹੁੰਦੇ ਨਜ਼ਰ ਆਉਂਦੇ ਨੇ। ਕੀ ਲੱਗਦਾ ਜਦੋਂ ਇੱਦਾਂ ਦੇ ਕੇਸਿਸ ਦੇ ਵਿੱਚ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਅਤੇ ਲੋਕਾਂ ਦਾ ਜਿਹੜਾ ਇੱਕ ਜਿਹਨੂੰ ਕਹਿੰਦੇ ਨਾ ਸੋਚ, ਉਹ ਬਦਲਦੀ ਜਾ ਰਹੀ ਹੈ ਲਾਅ ਦੇ ਪਿੱਛੇ? ਤੁਸੀਂ ਇਸ ਇੰਡਸਟਰੀ ਦੇ ਵਿੱਚੋਂ, ਤੁਸੀਂ ਦੱਸੋ ਸਾਨੂੰ। ਸਿਰਫ ਲਾਜ਼ ਨੇ ਸਾਰਾ ਕੁਝ ਨਹੀਂ ਕਰਨਾ ਜੀ। ਸਾਨੂੰ ਐਜ਼ ਅ ਸੋਸਾਇਟੀ ਬਹੁਤ ਬਦਲਣ ਦੀ ਜ਼ਰੂਰਤ ਹੈ। ਅਸੀਂ ਹੁਣੀ ਗੱਲ ਕੀਤੀ ਦਲਿਤ ਪਰਿਵਾਰ ਦੀ ਕੁੜੀ, ਕਿ ਦਲਿਤ ਪਰਿਵਾਰ ਦੀ ਕੁੜੀ ਨਹੀਂ ਹੈ ਜੀ। ਹਾਂ, ਅਸੀਂ ਕਿਉਂ ਡਿਸਕ੍ਰਿਮੀਨੇਟ ਕਰਦੇ ਹਾਂ ਉਹਨਾਂ ਨੂੰ ਕਾਸਟ ਦੇ ਬੇਸਿਸ 'ਤੇ, ਕਲਰ ਦੇ ਬੇਸਿਸ 'ਤੇ ਜਾਂ ਕ੍ਰੀਡ ਦੇ ਬੇਸਿਸ 'ਤੇ? ਇਹ ਡਿਸਕ੍ਰਿਮੀਨੇਸ਼ਨ ਹੀ ਪਹਿਲਾਂ ਗਲਤ ਹੈ। ਦੂਸਰਾ, ਕੁੜੀਆਂ ਨੂੰ ਆਬਜੈਕਟੀਫਾਈ ਕਰਨਾ ਅਸੀਂ ਬੰਦ ਕਰੀਏ ਸਭ ਤੋਂ ਪਹਿਲਾਂ। ਜੀ। ਕੋਈ ਚੀਜ਼ ਨਹੀਂ ਹੈ ਉਹ, ਉਹਦੇ ਨਾਲ ਕੁਝ ਹੋਇਆ, ਉਹ ਓਨੀ ਹੀ ਹਿਊਮਨ ਹੈ ਜਿੰਨੇ ਕਿ ਤੁਸੀਂ ਸਾਰੇ ਜਾਂ ਅਸੀਂ ਸਾਰੇ। ਜੀ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇੱਕ ਇਨਸਾਨ ਦਾ ਦਰਜਾ ਦੇਣਾ ਸ਼ੁਰੂ ਕੀਤਾ ਜਾਵੇ, ਜਿਹੜਾ ਮੇਰੇ ਅਕੋਰਡਿੰਗਲੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ। ਲਾਅ 'ਚ ਲੋਕਾਂ ਦਾ ਕੌਨਫੀਡੈਂਸ ਖਤਮ ਹੁੰਦਾ ਹੈ, ਮੈਂ ਮੰਨਦੀ ਹਾਂ ਉਸ ਚੀਜ਼ ਨੂੰ ਵੀ। ਜੀ। ਪਰ ਕਿਤੇ ਨਾ ਕਿਤੇ ਬਹੁਤ ਤਰੱਕੀ ਕੀਤੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੇ ਫੀਲਡ ਨੇ।
ਅਸੀਂ ਨਿਰਭਇਆ ਰੇਪ ਕੇਸ 'ਚ ਦੇਖਿਆ ਹੈ ਕਿ ਇਮੀਡੀਏਟਲੀ ਉਸ ਤੋਂ ਬਾਅਦ ਕ੍ਰਿਮੀਨਲ ਅਮੈਂਡਮੈਂਟ ਐਕਟ 2013 ਆਇਆ, ਜੀ ਬਹੁਤ ਸਾਰੇ ਸੈਕਸ਼ਨਸ ਨਵੇਂ ਐਡ ਹੋਏ, ਡੈਥ ਪੈਨਲਟੀ ਤੱਕ ਦਾ ਸੈਂਟੈਂਸ ਦਿੱਤਾ ਗਿਆ, ਉਹਨਾਂ ਦੇ ਕਨਵਿਕਟਸ ਨੂੰ ਹੈਂਗ ਕੀਤਾ ਗਿਆ। ਉਸ ਟਾਈਮ ਤੇ ਸਪੀਡੀ ਟ੍ਰਾਇਲ ਦਾ ਕੋਈ ਪ੍ਰੋਸੀਜਰ ਨਹੀਂ ਸੀਗਾ, ਇੱਕੋ ਦਮ ਉਹ ਨਵਾਂ ਪ੍ਰੋਸੀਜਰ ਕ੍ਰੀਏਟ ਕੀਤਾ ਗਿਆ। ਐਂਡ ਆਈ ਐਮ ਵੈਰੀ ਸ਼ੋਰ ਕਿ ਹਾਥਰਸ ਰੇਪ ਕੇਸ 'ਚ ਵੀ ਇਨਵੈਸਟੀਗੇਸ਼ਨ ਹੋਏਗੀ। ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀਗੇ, ਅਸੀਂ ਸ਼ੁਰੂਆਤ ਵਿੱਚ ਕਿਹਾ ਦਲਿਤ ਪਰਿਵਾਰ ਦੀ ਕੁੜੀ, ਇਸ ਨੂੰ ਮੈਂਸ਼ਨ ਕਰਨਾ ਇਸ ਲਈ ਜ਼ਰੂਰੀ ਹੋ ਗਿਆ ਕਿਉਂਕਿ ਕਾਫੀ ਜਗ੍ਹਾ ਤੇ ਇਹ ਗੱਲ ਫੈਲੀ ਗਈ ਕਿ ਉਹ ਗਰੀਬ ਪਰਿਵਾਰ ਦੀ ਕੁੜੀ ਸੀ, ਉਹ ਦਲਿਤ ਪਰਿਵਾਰ ਦੀ ਕੁੜੀ ਸੀ, ਤਾਂ ਕਰਕੇ ਇੰਨਾ ਧਿਆਨ ਨਹੀਂ ਦਿੱਤਾ ਜਾ ਰਿਹਾ ਕੇਸ ਦੇ ਉੱਤੇ। ਪੁਲਿਸ ਦੀ ਇਨਵੈਸਟੀਗੇਸ਼ਨ ਵੀ ਇੰਨੀ ਸਟਰੋਂਗ ਇਸ ਲਈ ਨਹੀਂ ਹੈਗੀ ਕਿਉਂਕਿ ਇਹ ਲੋਕ ਅਫੋਰਡ ਨਹੀਂ ਕਰ ਪਾਉਂਦੇ, ਆਪਣੇ ਕੇਸਿਸ ਨੂੰ ਅਫੋਰਡ ਨਹੀਂ ਕਰ ਪਾਉਂਦੇ, ਆਪਣੇ ਹੱਕ ਦੀ ਗੱਲ ਨਹੀਂ ਰੱਖ ਸਕਦੇ। ਜੇਕਰ ਕੋਈ ਇਹੀ ਕੋਈ ਹੋਰ ਕਿਸੇ ਵੱਡੇ ਮਿਨਿਸਟਰ ਦੇ ਨਾਲ ਹੋਇਆ ਹੁੰਦਾ ਜਾਂ ਫਿਰ ਕਿਸੇ ਨੋਨ ਪਰਸਨੈਲਿਟੀ ਦੇ ਨਾਲ ਹੋਇਆ ਹੁੰਦਾ ਕਿ ਲੋਕੀ ਇੰਨੇ ਚੁੱਪ ਰਹਿੰਦੇ। ਜੇ ਅਸੀਂ ਆਪਣੀ ਸੁਸਾਇਟੀ ਦੀ ਗੱਲ ਕਰੀਏ, ਤੁਸੀਂ ਆਪਣੀ ਸੁਸਾਇਟੀ ਨੂੰ ਇੰਪਰੂਵ ਕਰਨ ਦੀ ਗੱਲ ਕਰ ਰਹੇ ਹੋ, ਤੇ ਕੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਯੂਥ ਨੂੰ ਛੱਡ ਕੇ ਜਿਹੜੀ ਪ੍ਰੈਜ਼ੈਂਟ ਸੋਚ ਹੈਗੀ ਆ ਉਸ ਕਾਸਟਿਜ਼ਮ ਨੂੰ ਲੈ ਕੇ ਇੰਨੀ ਹੈਗੀ ਹੈ ਕਿ ਜੇਕਰ ਅਸੀਂ ਕਿਸੇ ਸੈਲੀਬ੍ਰਿਟੀ ਨਾਲ, ਜੇ ਅਸੀਂ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਗੱਲ ਕਰੀਏ, ਹਾਲੇ ਤੱਕ ਕਿਸੇ ਨੇ ਇਹ ਨਹੀਂ ਦੱਸਿਆ, ਨਾ ਕੋਈ ਸਟੇਟਮੈਂਟ ਆਈ ਹੈ ਕੋਰਟ ਵੱਲੋਂ ਕਿ ਜੇਕਰ ਉਹ ਕੋਈ ਸੁਸਾਈਡ ਸੀਗਾ ਜਾਂ ਫਿਰ ਉਸ ਨੂੰ ਮਾਰਿਆ ਗਿਆ ਸੀਗਾ। ਮਰਡਰ ਜਾਂ ਸੁਸਾਈਡ ਹਾਲੇ ਡਿਕਲੇਅਰ ਨਹੀਂ ਹੋਇਆ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਕੋਈ ਕਮੀ ਛੱਡੀ ਹੋਣੀ ਹੈ। ਮੈਂ ਵੀ ਪੋਸਟਾਂ ਪਾਈਆਂ, ਤੁਸੀਂ ਵੀ ਪੋਸਟਾਂ ਪਾਈਆਂ, ਲੇਕਿਨ ਇਸ ਨੂੰ ਆਪਾਂ ਜੇ ਕੰਪੇਅਰ ਕਰੀਏ ਹਥਰਸ ਕੇਸ ਤੋਂ, ਇੱਕ ਦਿਨ ਦੇ ਲਈ ਜ਼ਰੂਰ ਕੈਂਡਲ ਮਾਰਚ ਕੀਤੀ ਗਈ, ਲੇਕਿਨ ਉਹ ਜਿਹੜਾ ਇੰਟਰਸਟ ਸੀਗਾ ਉਸ ਕੇਸ ਨੂੰ ਲੈ ਕੇ ਉਹ ਘਟਦਾ ਗਿਆ ਤੇ ਹੁਣ ਜਿਹੜੀ TRPs ਜਿਹੜੇ ਚੈਨਲਸ ਰਿਸੀਵ ਕਰ ਰਹੇ ਆ, ਜਿਹੜੇ ਕਿ ਉਹ ਉਸ ਦਿਨ ਰਿਸੀਵ ਕਰ ਰਹੇ ਸੀਗੇ, ਉਹ ਨਹੀਂ ਹੈ। ਯਾਨੀ ਕਿ ਇੰਡੀਆ ਦੇ ਵਿੱਚ ਜੇ ਆਪਾਂ ਐਨਾਲਿਸਿਸ ਕੱਢੀਏ ਤਾਂ ਮੈਂ ਕੁਝ ਐਨਾਲਿਸਿਸ ਕੱਢੇ ਸੀਗੇ ਵੀ ਔਨ ਐਨ ਐਵਰੇਜ, ਜੇ ਤੁਸੀਂ ਮੈਨੂੰ ਦੱਸਿਓ ਜੇ ਮੈਂ ਗਲਤ ਹੋਵਾਂ ਕਿਤੇ ਵੀ, ਤੇ ਇੰਡੀਆ ਦੇ ਵਿੱਚ ਸਾਲ 2019 ਵਿੱਚ ਹੁਣ ਤੱਕ ਜਿਹੜੀ ਰਿਪੋਰਟ ਆਈ ਹੈ ਤੇ 32,033 ਕੇਸਿਸ ਆਫ ਰੇਪ ਜਿਹੜੇ ਹੈਗੇ ਆ ਉਹ ਦਰਜ ਹੋਏ ਆ, ਜਿਨ੍ਹਾਂ ਦੇ ਉੱਤੇ FIR ਹੋਈ ਹੈ। ਤੇ ਇੱਕ ਐਵਰੇਜ ਉਹਨਾਂ ਨੇ ਰਿਕਾਰਡ ਕੀਤਾ ਸੀਗਾ ਜਿਸ ਵਿੱਚ ਦੱਸਿਆ ਕਿ 87 ਰੇਪ ਕੇਸਿਸ ਡੇਲੀ ਇੰਡੀਆ ਦੇ ਵਿੱਚ ਰਿਪੋਰਟ ਕਰਵਾਏ ਜਾਂਦੇ ਆ। ਤੇ ਇਹ ਤਾਂ ਉਹ ਕੇਸਿਸ ਨੇ ਜਿਹੜੇ ਕਿ ਰਿਪੋਰਟ ਕਰਾਏ ਜਾਂਦੇ ਆ, ਜਿਵੇਂ ਕਿ ਜੇ ਤੁਸੀਂ ਵੀ ਇਸ ਗੱਲ ਨਾਲ ਐਗਰੀ ਕਰੋਗੇ ਕਿ 70% ਆਫ ਦਾ ਕੇਸਿਸ ਜਿਹੜੇ ਰੇਪ ਲਈ ਹੈਗੇ ਆ ਉਹ ਤਾਂ ਰਿਪੋਰਟ ਵੀ ਨਹੀਂ ਕਰਵਾਏ ਜਾਂਦੇ ਕਿਉਂਕਿ ਲੋਕੀ ਹਿਊਮਿਲੇਸ਼ਨ ਤੋਂ ਡਰਦੇ ਆ, ਕੁੜੀਆਂ ਹਿਊਮਿਲੇਸ਼ਨ ਤੋਂ ਡਰਦੀਆਂ, ਉਹਨਾਂ ਦੇ ਪਰਿਵਾਰ ਹਿਊਮਿਲੇਸ਼ਨ ਤੋਂ ਡਰਦੇ ਆ ਕਿਉਂਕਿ ਰੇਪ ਵਿਕਟਿਮਸ ਨੂੰ ਇੱਕ ਨਾਰਮਲ ਇਨਸਾਨ ਦੀ ਤਰ੍ਹਾਂ ਟਰੀਟ ਨਹੀਂ ਕੀਤਾ ਜਾ ਸਕਦਾ। ਤੇ ਇਹ ਕਿੱਦਾਂ ਠੀਕ ਹੋਏਗਾ? ਤੁਸੀਂ ਇਸ ਫੀਲਡ ਦੇ ਵਿੱਚੋਂ ਕੀ ਐਸਾ ਬਦਲਾਵ ਲੈ ਕੇ ਆਉਣ ਦੀ ਲੋੜ ਹੈ ਜਿਸ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਨੇ, ਜਿਹੜਾ ਮੈਂ ਅੱਜ ਫਿਗਰ ਪੜ੍ਹ ਰਿਹਾ, ਇਸ ਫਿਗਰ ਨੂੰ ਅਸੀਂ 50% ਘਟਾ ਸਕੀਏ ਆਉਣ ਵਾਲੇ ਟਾਈਮ ਵਿੱਚ? ਤੁਸੀਂ ਹੁਣੀ ਜਿਹੜੀ ਫਿਗਰ ਦੀ ਗੱਲ ਕੀਤੀ ਜੀ, ਵਿਚ ਇਜ਼ ਵੈਰੀ ਟਰੂ, ਹਰ 15 ਮਿੰਟ 'ਚ ਕਹਿੰਦੇ ਆ ਇੱਕ ਕੁੜੀ ਦਾ ਰੇਪ ਹੁੰਦਾ ਜੀ, ਇਹ ਰਿਪੋਰਟਡ ਫਿਗਰਸ ਨੇ ਜੀ। ਜੇ ਤੁਸੀਂ ਅਨਰਿਪੋਰਟਡ ਫਿਗਰਸ ਦੀ ਅਸੀਂ ਗੱਲ ਕਰੀਏ ਤਾਂ ਉਹਦਾ ਅੰਦਾਜ਼ਾ ਲਗਾਉਣਾ ਬਹੁਤ ਔਖਾ ਹੈ। ਸ਼ਾਇਦ ਹਰ 5 ਮਿੰਟ 'ਚ ਇੱਕ ਕੁੜੀ ਦਾ ਰੇਪ ਹੋ ਰਿਹਾ ਹੋਏਗਾ। ਜੀ, ਮੈਂ ਉਹ ਵੀ ਜ਼ਿਆਦਾ ਟਾਈਮ ਕਹਿ ਰਹੀ ਹੋਊਂਗੀ, ਇਸ ਤੋਂ ਜ਼ਿਆਦਾ ਵੀ ਕੇਸਿਸ ਹੋ ਸਕਦੇ ਆ। ਅਨਰਿਪੋਰਟਡ ਕਿਉਂ ਜਾਂਦੇ ਨੇ ਰੇਪ ਕੇਸਿਸ? ਅਸੀਂ ਹੁਣ ਛੋਟੀ ਜਿਹੀ ਉਹਦੇ ਗੱਲ ਕਰਦੇ ਹਾਂ ਕਿ ਜਦ ਇੱਕ ਕੁੜੀ ਦਾ ਰੇਪ ਹੁੰਦਾ ਹੈ, ਸੋਸਾਇਟੀ ਉਹਨੂੰ ਕਿੰਨਾ ਸਪੋਰਟ ਕਰਦੀ ਹੈ। ਹਾਥਰਸ ਰੇਪ ਕੇਸ ਜਦ ਤੱਕ ਨਿਊਜ਼ ਚੈਨਲਸ 'ਤੇ ਨਹੀਂ ਆਇਆ ਸੀਗਾ, ਕਿਆ ਲੋਕਾਂ ਨੇ ਉਹਨੂੰ ਸਪੋਰਟ ਕੀਤਾ ਸੀਗਾ? ਕਿਆ ਉਹਨਾਂ ਦੇ ਆਸ-ਪਾਸ ਪੂਰੇ ਪਿੰਡ ਨੇ ਉਹਨੂੰ ਸਪੋਰਟ ਕੀਤਾ? ਕਿਆ ਉਹਦੇ ਪੂਰਾ ਦਲਿਤ ਸਮਾਜ ਜਿਹੜਾ ਜਿੱਥੋਂ ਉਹ ਕੁੜੀ ਸੀਗੀ, ਕਿਆ ਉਹਨਾਂ ਨੇ ਉਹਨੂੰ ਸਪੋਰਟ ਕੀਤਾ? ਨਹੀਂ, ਕਿਸੇ ਨੇ ਉਹਨੂੰ ਸਪੋਰਟ ਨਹੀਂ ਕੀਤਾ। ਇੱਕੋ ਦਮ ਪ੍ਰਸ਼ਾਸਨ ਦੀ ਵੀ ਗੱਲ ਜੇ ਅਸੀਂ ਕੀਤੀ ਜਾਵੇ, ਪੁਲਿਸ ਐਡਮਿਨਿਸਟ੍ਰੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਉਹਨਾਂ 'ਚ ਇੰਨਾ ਫੀਅਰ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਲੋਕੀ ਇਕੱਠੇ ਹੋ ਕੇ ਕੁਝ ਵੀ ਨਹੀਂ ਕਰਨਾ ਚਾਹੁੰਦੇ। ਜਾਂ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਦਲਿਤ ਪਰਿਵਾਰ ਹੈਗੇ ਜਾਂ ਫਿਰ ਜਿਹੜੇ ਕਾਸਟ ਵਿੱਚ ਲੋਕ ਹੈਗੇ ਨੇ ਉਹਨਾਂ ਨੂੰ ਅਸੀਂ ਈਜ਼ੀਲੀ ਦਬਾ ਸਕਦੇ ਹਾਂ, ਉਹਨਾਂ ਨੂੰ ਇਹ ਲੱਗਦਾ। ਤੁਸੀਂ ਆਵਾਜ਼ ਕਿਸੇ ਦੀ ਵੀ ਐਂ ਕਰਕੇ ਨਹੀਂ ਦਬਾ ਸਕਦੇ। ਜੇ ਲੋਕੀ ਆਪਣੇ ਲਈ ਖੜੇ ਹੋਣਾ ਚਾਹਣ ਤੇ ਉਹ ਲੋਕਾਂ ਦੇ ਆਪਣੇ ਹੱਥ ਹੈ। ਜਿੱਥੇ ਤੱਕ ਮੈਂ ਆਪਣੀ ਪੂਰੀ ਲਾਈਫ ਦੇਖੀ ਹੈ, ਮੈਂ ਬਹੁਤ ਸਾਰੇ ਇੱਦਾਂ ਦੇ ਕੇਸਿਸ ਸੁਣੇ ਹੈ, ਦੇਖੇ ਹੈ। ਅਸੀਂ ਹੋਰ ਰੇਪ ਕੇਸਿਸ ਦੀ ਗੱਲ ਕਰਦੇ ਹਾਂ, ਨਿਰਭਇਆ ਵਾਲਾ ਕੇਸ ਸੀਗਾ, ਉਨਾਓ ਰੇਪ ਕੇਸ ਸੀਗਾ, ਕਥੂਆ ਰੇਪ ਕੇਸ ਸੀਗਾ, ਇੱਕ ਛੋਟੀ ਜਿਹੀ ਬੱਚੀ ਨਾਲ ਰੇਪ ਹੋਇਆ। ਅਤੇ ਉਸ ਤੋਂ ਇਲਾਵਾ ਅਸੀਂ ਆਲਮੋਸਟ ਰੋਜ਼ ਇੱਕ ਰੇਪ ਕੇਸ ਬਾਰੇ ਨਿਊਜ਼ਪੇਪਰ 'ਚ ਪੜ੍ਹਦੇ ਹਾਂ। ਇੱਕ 85 ਈਅਰ ਓਲਡ ਲੇਡੀ ਦਾ ਰੇਪ ਹੋਇਆ, ਇੱਕ 3 ਮਹੀਨੇ ਦੀ ਬੱਚੀ ਦਾ ਰੇਪ ਹੋਇਆ। ਆਲ ਦੀਜ਼ ਰੇਪ ਕੇਸਿਸ ਜਿਨ੍ਹਾਂ ਨੂੰ ਹਾਈਪ ਮਿਲ ਜਾਂਦੀ ਹੈ, ਮੀਡੀਆ ਹਾਈਪ, ਉਹ ਕੇਸਿਸ 'ਚ ਫਿਰ ਵੀ ਜਸਟਿਸ ਮਿਲਣ ਦਾ ਸਾਨੂੰ ਚਾਂਸ ਹੁੰਦਾ। ਜਿਨ੍ਹਾਂ 'ਚ ਕੋਈ ਹਾਈਪ ਨਹੀਂ ਹੈ, ਉਹ ਰੇਪ ਕੇਸਿਸ ਹੋਰ ਡਿਲੇ ਹੁੰਦੇ ਜਾਂਦੇ ਆ। ਇਹਦਾ ਸਭ ਤੋਂ ਵੱਡਾ ਰੀਜ਼ਨ ਕੀ ਹੈ? ਇਹਦਾ ਸਭ ਤੋਂ ਵੱਡਾ ਰੀਜ਼ਨ ਹੈ ਸਾਡੀ ਆਪਣੀ ਸੁਸਾਇਟੀ। ਅਸੀਂ ਮਸਾਲਾ ਸੁਣਨਾ ਚਾਹੁੰਦੇ ਹਾਂ। ਨਿਊਜ਼ ਚੈਨਲ ਸਾਨੂੰ ਉਹੀ ਦੇਣਗੇ ਜੋ ਅਸੀਂ ਸੁਣਨਾ ਚਾਹਾਂਗੇ। ਜੇ ਐਜ਼ ਅ ਸੁਸਾਇਟੀ ਅਸੀਂ ਇਹ ਫੇਕ ਨਿਊਜ਼ਸ,
ਅਸੀਂ ਸੁਸ਼ਾਂਤ ਸਿੰਘ ਰਾਜਪੂਤ ਦੀ ਨਿਊਜ਼ ਨੂੰ ਇੰਨਾ ਜ਼ਿਆਦਾ ਪ੍ਰਮੋਟ ਕੀਤਾ, ਸੁਸਾਈਡ ਹੋਇਆ, ਸੁਸਾਈਡ ਹੋਇਆ ਜਾਂ ਮਰਡਰ ਹੋਇਆ, ਜਾਂ ਰੀਆ ਚੱਕਰਵਰਤੀ ਨੇ ਉਹਨੂੰ ਡਰੱਗਸ ਦਿੱਤੇ ਜਾਂ ਨਹੀਂ ਦਿੱਤੇ, ਕੰਗਨਾ ਦਾ ਘਰ ਤੋੜ ਦਿੱਤਾ ਜਾਂ ਉਹਦੇ ਬਿਆਨ, ਸਾਰਾ ਕੁਛ, ਆਲ ਦੀਸ ਥਿੰਗਸ ਵਰ ਇਰਰੈਲੇਵੈਂਟ। ਕਿਆ ਇਹਨਾਂ ਚੀਜ਼ਾਂ 'ਚ ਐਕਚੁਅਲ ਕੋਈ ਵੀ ਤੱਥ ਸੀਗਾ, ਕੋਈ ਵੀ ਮੀਨਿੰਗ ਸੀਗਾ ਇਹਨਾਂ 'ਚੋਂ ਕਿਸੇ ਨਿਊਜ਼ ਦਾ? ਬਾਲੀਵੁੱਡ 'ਚ ਕੌਣ ਡਰੱਗਸ ਨਹੀਂ ਕਰ ਰਿਹਾ? ਲੈਟ ਅਸ ਲੀਵ ਬਾਲੀਵੁੱਡ, ਬਾਕੀ ਪੂਰੇ ਦੇਸ਼ 'ਚ ਡਰੱਗਸ ਕਿੱਥੇ ਨਹੀਂ ਹੋ ਰਹੇ? ਤਾਂ ਅਸੀਂ ਹਰ ਬੰਦੇ ਨੂੰ ਅਰੈਸਟ ਕਰਦੇ ਫਿਰਾਂਗੇ? ਜਸਟ ਜੋ ਰੀਆ ਨਾਲ ਹੋਇਆ, ਕਿਆ ਉਹ ਸਹੀ ਸੀਗਾ? ਮੈਨੂੰ ਨਹੀਂ ਲੱਗਦਾ। ਜਸਟ ਬਿਕੋਜ਼ ਉਹ ਕੁੜੀ ਸੀਗੀ, ਈਜ਼ੀਲੀ ਟਾਰਗੇਟ ਹੋ ਸਕਦੀ ਸੀਗੀ, ਉਹਨੂੰ ਟਾਰਗੇਟ ਕੀਤਾ ਗਿਆ। ਮੇਰੇ ਅਕੋਰਡਿੰਗਲੀ ਕੁੜੀਆਂ ਹੀ ਕੁੜੀਆਂ ਨੂੰ ਟਾਰਗੇਟ ਕਰਦੀਆਂ ਜ਼ਿਆਦਾ ਨੇ, ਰਾਦਰ ਦੈਨ ਇੱਕ ਦੂਸਰੇ ਨੂੰ ਸਪੋਰਟ ਕਰਨ ਦੇ ਬਜਾਏ। ਅੱਜ ਕੱਲ੍ਹ ਹਰ ਕੋਈ ਦੂਸਰੇ ਦੀ ਲੱਤ ਖਿੱਚਣ 'ਚ ਲੱਗਾ ਹੋਇਆ ਕਿ ਉਹਨੂੰ ਥੱਲੇ ਕਿਵੇਂ ਲਾਇਆ ਜਾਵੇ, ਇੰਸਟੈਡ ਉਹਨੂੰ ਉੱਪਰ ਕਿਵੇਂ ਚੜਾਇਆ ਜਾਵੇ। ਐਜ਼ ਅ ਸੁਸਾਇਟੀ ਸਾਡਾ ਰੋਲ ਕੀ ਹੋਣਾ ਚਾਹੀਦਾ ਹੈ? ਇੱਕ ਦਲਿਤ ਕੁੜੀ ਦੇ ਨਾਲ ਜੇ ਕੁਝ ਗਲਤ ਹੋਇਆ ਤਾਂ ਅਸੀਂ ਉਹਨੂੰ ਦਲਿਤ ਦਾ ਦਰਜਾ ਦੇਣ ਤੋਂ ਬਜਾਏ ਅਸੀਂ ਉਹਨੂੰ ਕੁੜੀ ਦਾ ਦਰਜਾ ਦਈਏ। ਬਟ ਜੇ ਅਸੀਂ ਤਾਂ ਨਾਰਮਲ ਲੋਕ ਹੈ, ਇੱਕ ਗੱਲ ਉੱਠੀ ਸੀਗੀ ਜੇ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਜਦੋਂ ਉਸਦੇ ਪਰਿਵਾਰ ਨੂੰ ਮਿਲਣ ਜਾ ਰਹੇ ਸੀਗੇ, ਤੁਸੀਂ ਦੇਖਿਆ ਹੋਣਾ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ, ਕਿੱਦਾਂ ਉਹਨਾਂ ਨੂੰ ਰੋਕਿਆ ਗਿਆ, ਧੱਕੇ ਮਾਰੇ ਗਏ। ਇਨਫੈਕਟ ਪ੍ਰਿਯੰਕਾ ਗਾਂਧੀ ਦੇ ਕੱਪੜਿਆਂ ਤੱਕ ਵੀ ਹੱਥ ਪਹੁੰਚਿਆ ਪੁਲਿਸ ਕਾਂਸਟੇਬਲ ਦਾ। ਤੇ ਲੋਕਾਂ ਦਾ ਇਹ ਕਹਿਣਾ ਹੈ, ਅਸੀਂ ਜਿਹੜੀ ਸਾਡੀ ਜੁਡੀਸ਼ੀਅਰੀ ਹੈ, ਮੇਰੇ ਦੋ ਸਵਾਲ ਖੜੇ ਹੁੰਦੇ ਇਸ ਦੇ ਨਾਲ ਕਿ ਸਭ ਤੋਂ ਪਹਿਲਾਂ ਤਾਂ ਲੋਕਾਂ ਦਾ ਇਹ ਕਹਿਣਾ ਕਿ ਜੇਕਰ ਐਡੀ ਵੱਡੀ ਪੋਸਟ ਤੇ ਰਹਿਣ ਵਾਲੇ ਕਾਂਗਰਸ ਦੇ ਰਾਹੁਲ ਗਾਂਧੀ ਐਂਡ ਪ੍ਰਿਯੰਕਾ ਗਾਂਧੀ ਜੇ ਉਹਨਾਂ ਦੇ ਕੱਪੜਿਆਂ ਨੂੰ ਹੱਥ ਪੈ ਸਕਦੇ ਆ, ਤੇ ਜੇ ਇੱਕ ਨਾਰਮਲ ਬੰਦਾ ਸੁਸਾਇਟੀ ਵਿੱਚੋਂ ਕੋਈ ਆਵਾਜ਼ ਚੱਕਣਾ ਚਾਹੇ ਤਾਂ ਉਹਨੂੰ ਨਹੀਂ ਦਬਾਇਆ ਜਾ ਸਕਦਾ? ਉਹਨੂੰ ਉਹ ਡਰ ਹੋਏਗਾ ਕਿ ਨਹੀਂ ਹੋਏਗਾ ਕਿ ਮੈਂ ਆਵਾਜ਼ ਕਿਉਂ ਚੱਕਾਂ? ਪਹਿਲਾ ਸਵਾਲ ਇਹ। ਦੂਜਾ ਸਵਾਲ ਇਹ ਕਿ ਜੇਕਰ ਅਸੀਂ ਦੇਖ ਸਕਦੇ ਹਾਂ, ਜਿੱਦਾਂ ਆਪਾਂ ਕਾਂਗਰਸ ਵਾਲਿਆਂ ਨਾਲ ਗੱਲ ਕੀਤੀ ਹੈ, ਤੇ ਜੇਕਰ ਆਪਾਂ ਜੇ ਇਹਨਾਂ ਸਾਰਿਆਂ ਨੂੰ ਤਾਂ ਦਬਾ ਦਿੱਤਾ ਗਿਆ, ਤੁਸੀਂ ਕਹਿ ਰਹੇ ਹੋ ਕਿ ਸੁਸਾਇਟੀ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ, ਕੀ ਸਾਡੀ ਅੱਜ ਦੀ ਜੁਡੀਸ਼ੀਅਰੀ ਇੰਨੀ ਕਮਜ਼ੋਰ ਹੋ ਗਈ ਕਿ ਉਹਨੂੰ ਸੁਸਾਇਟੀ ਦੇ ਆਵਾਜ਼ ਦੇ ਨਾਲ ਡਿਸੀਜ਼ਨ ਲੈਣੇ ਪੈਣਗੇ? ਕਿ ਜੁਡੀਸ਼ੀਅਰੀ ਦੇ ਆਪਣੇ ਫੈਸਲੇ ਇੰਨੇ ਕਮਜ਼ੋਰ ਹੋ ਗਏ ਕਿ ਜੇਕਰ ਸੁਸਾਇਟੀ ਆਵਾਜ਼ ਨਹੀਂ ਚੱਕੇਗੀ ਤੇ ਜੁਡੀਸ਼ੀਅਰੀ ਇਨਸਾਫ ਦਿਲਾਉਣ ਵਾਸਤੇ ਅਸਫਲ ਰਹੇਗੀ? ਜੁਡੀਸ਼ੀਅਰੀ ਦਾ ਰੋਲ ਪਹਿਲਾਂ ਡਿਸਕਸ ਕਰਦੇ ਹਾਂ ਅਸੀਂ। ਜੁਡੀਸ਼ੀਅਰੀ ਦਾ ਰੋਲ ਕੀ ਹੈ? ਜਦ ਤੱਕ ਕੰਪਲੇਂਟ ਨਹੀਂ ਆਏਗੀ ਤਦ ਤੱਕ ਉਹ ਜੱਜ ਕੋਲੇ ਕਿਵੇਂ ਜਾਏਗੀ? ਜਦ ਉਹ ਜੱਜ ਕੋਲੇ ਜਾਂਦੀ ਹੈ ਕੰਪਲੇਂਟ, ਤਾਂ ਕਿਆ ਉਹਦੇ ਤੇ ਕੰਮ ਹੁੰਦਾ ਹੈ ਜਾਂ ਕਿੰਨੇ ਟਾਈਮ 'ਚ ਕੰਮ ਹੁੰਦਾ ਹੈ? ਦੈਟ ਇਜ਼ ਵਾਟ ਜੁਡੀਸ਼ਰੀ ਦਾ ਰੋਲ ਹੈ। ਜੁਡੀਸ਼ਰੀ ਆਪਣੇ ਆਪ ਜਾ ਕੇ ਲੋਕਾਂ ਦੇ ਘਰੋਂ ਕੰਪਲੇਂਟਾਂ ਨਹੀਂ ਲਿਆਉਣ ਲੱਗੀ। ਲਾਅ 'ਚ ਸਭ ਤੋਂ ਪਹਿਲੀ ਚੀਜ਼, ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ, ਜਦ ਤੱਕ ਕੋਈ ਆਵਾਜ਼ ਉਠਾ ਕੇ ਨਹੀਂ ਦਰਵਾਜ਼ਾ ਖੜਕਾਏਗਾ ਕੋਰਟ ਦਾ, ਤਦ ਤੱਕ ਕੋਰਟ ਉਹਦੇ ਲਈ ਕੀ ਕਰੇਗੀ? ਜੇ ਕੋਈ FIR ਹੀ ਨਹੀਂ ਦਰਜ ਹੋ ਰਹੀ, ਜੋ ਕਿ ਇਸ ਕੇਸ 'ਚ ਵੀ ਹੋਇਆ ਕਿ FIR ਦਰਜ ਨਹੀਂ ਕੀਤੀ ਪੁਲਿਸ ਵਾਲਿਆਂ ਨੇ, ਇੱਥੇ ਸੁਸਾਇਟੀ ਦਾ ਰੋਲ ਆਉਂਦਾ। ਸੁਸਾਇਟੀ ਨੂੰ ਆਪਸ 'ਚ ਇੱਕ ਦੂਸਰੇ ਲਈ ਖੜੇ ਹੋਣਾ ਬਹੁਤ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਕਿ ਜਦ ਤੱਕ ਸਾਡੇ ਘਰ ਕੁਛ ਨਾ ਗਲਤ ਹੋਵੇ ਤਦ ਤੱਕ ਅਸੀਂ ਕਿਸੇ ਲਈ ਕੁਛ ਗਲਤ ਨਾ ਅਸੀਂ ਕਿਸੇ ਲਈ ਕੁਛ ਨਾ ਕਰੀਏ। ਜੇ ਮੇਰੀ ਆਪਣੀ ਫੈਮਿਲੀ 'ਚ ਕੁਛ ਹੋਏਗਾ ਤਾਂ ਮੈਂ ਪ੍ਰੋਐਕਟਿਵਲੀ ਕਿਸੇ ਲਈ ਕੁਛ ਕਰੂੰਗੀ। ਇਟਸ ਨਾਟ ਇੰਪੋਰਟੈਂਟ ਐਜ਼ ਅ ਸੁਸਾਇਟੀ। ਕਿਆ ਸਾਨੂੰ ਜ਼ਰੂਰੀ ਨਹੀਂ ਹੈ ਕਿ ਕਿਸੇ ਹੋਰ ਦੀ ਬੇਟੀ ਜੇ ਘਰ ਤੋਂ ਬਾਹਰ ਨਿਕਲੀ ਹੈ ਤਾਂ ਉਹ ਵੀ ਸੁਰੱਖਿਅਤ ਮਹਿਸੂਸ ਕਰੇ? ਬਹੁਤ ਜ਼ਰੂਰੀ ਹੈ ਇਹ ਚੀਜ਼, ਕਿਉਂਕਿ ਜੇ ਕਿਸੇ ਹੋਰ ਦੀ ਬੇਟੀ ਸੁਰੱਖਿਅਤ ਮਹਿਸੂਸ ਕਰੇਗੀ ਤਾਂ ਹੀ ਸਾਡੀ ਆਪਣੀ ਬੇਟੀ ਵੀ ਸੁਰੱਖਿਅਤ ਰਹੇਗੀ। ਦੈਨ ਜੁਡੀਸ਼ਰੀ ਦਾ ਰੋਲ ਅਸੀਂ ਡਿਸਕਸ ਕਰ ਰਹੇ ਸੀਗੇ। ਜੁਡੀਸ਼ਰੀ ਦਾ ਬਹੁਤ ਇੰਪੋਰਟੈਂਟ ਰੋਲ ਹੈ ਇਹਨਾਂ ਸਾਰਿਆਂ ਕੇਸਿਸ 'ਚ। ਅਸੀਂ ਨਿਰਭਇਆ ਕੇਸ 'ਚ ਦੇਖਿਆ, ਟਾਈਮ ਜ਼ਰੂਰ ਲੱਗਿਆ ਇਹਨਾਂ ਸਾਰੇ ਕੇਸਿਸ 'ਚ, ਠੀਕ ਹੈ, ਮੈਂ ਇਹ ਨਹੀਂ ਕਹੂੰਗੀ ਕਿ ਟਾਈਮ ਨਹੀਂ ਲੱਗਿਆ, ਪਰ ਕਿਆ ਇਨਸਾਫ ਮਿਲਿਆ? ਜੀ ਜ਼ਰੂਰ। ਕੁਝ ਸਾਲ ਲੱਗ ਗਏ ਉਸ ਇਨਸਾਫ ਨੂੰ ਮਿਲਦੇ ਹੋਏ, ਕਿਉਂਕਿ ਤਦ ਤੱਕ ਸਾਡਾ ਕਾਨੂੰਨ ਇੰਨਾ ਸਟਰੋਂਗ ਨਹੀਂ ਸੀਗਾ। ਪਰ ਇਸ ਕੇਸ 'ਚ ਆਈ ਐਮ ਵੈਰੀ ਹੋਪਫੁਲ ਕਿ ਇਨਸਾਫ ਬਹੁਤ ਜਲਦੀ ਮਿਲੇਗਾ। ਮਤਲਬ ਇਸ ਕੇਸ ਵਿੱਚ ਤੁਹਾਨੂੰ ਲੱਗਦਾ ਜੀ, ਕਿਉਂਕਿ ਸਰਕਾਰ ਵੱਲੋਂ ਵੀ ਕਾਫੀ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਸ਼ਹਿਰ ਦੇ, ਤੇ ਹੁਣ ਹਾਲੇ ਤੱਕ ਕੋਈ ਸਟੇਟਮੈਂਟ ਵੀ ਨਹੀਂ ਬਾਹਰ ਆਈ ਉਹਨਾਂ ਵੱਲੋਂ। ਪੋਲੀਟੀਕਲ ਏਜੰਡਾ ਇਸ ਕੇਸ ਨੂੰ ਬਣਾ ਦਿੱਤਾ ਗਿਆ ਬਿਕੋਜ਼ ਯੂਪੀ 'ਚ ਇਲੈਕਸ਼ਨਸ ਆਉਣ ਵਾਲੇ ਨੇ। ਐਗਜ਼ੈਕਟਲੀ, ਐਂਡ ਕਾਂਗਰਸ ਐਂਡ BJP, NDA ਐਂਡ UPA ਸਰਕਾਰ ਦਾ ਆਪਸ 'ਚ ਮਸਲਾ ਚੱਲ ਰਿਹਾ ਜੀ। ਅਸੀਂ ਹਰ ਇਨਸਾਨ ਨੂੰ ਇਨਸਾਨ ਸਮਝਣਾ ਜ਼ਿਆਦਾ ਜ਼ਰੂਰੀ ਹੈ ਰਾਦਰ ਦੈਨ ਹਰ ਚੀਜ਼ ਨੂੰ ਪੋਲੀਟੀਕਲ ਐਂਗਲ ਦੇਣ। ਇੰਡੀਆ ਵਿੱਚ ਕੋਈ ਵੀ ਜਦੋਂ ਕੇਸ ਹੁੰਦਾ, ਇਹ ਤਾਂ ਤੁਸੀਂ ਰੇਪ ਦੀ ਗੱਲ ਕਰ ਰਹੇ ਹੋ, ਪੰਜਾਬ ਵਿੱਚ ਤੁਸੀਂ ਦੇਖ ਰਹੇ ਹੋ ਕਿਸਾਨਾਂ ਦੇ ਲਈ ਕਾਫੀ ਜ਼ਿਆਦਾ ਪ੍ਰੋਟੈਸਟ ਕੀਤੇ ਜਾ ਰਹੇ, ਤੇ ਉਹਨਾਂ ਪ੍ਰੋਟੈਸਟਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਫਾਇਦਾ ਚੱਕਿਆ ਜਾ ਰਿਹਾ ਪੰਜਾਬ ਦੀ ਵੱਖਰੀਆਂ ਸਰਕਾਰਾਂ ਵੱਲੋਂ। ਕੋਈ ਵੀ ਸਰਕਾਰ ਇੱਦਾਂ ਨਹੀਂ ਸੀਗੀ ਜਿਹਨੇ ਰੈਲੀ ਨਹੀਂ ਕੱਢੀ, ਭਾਵੇਂ ਉਹ ਕਾਂਗਰਸ ਦੀ ਸਰਕਾਰ ਹੋਏ, ਭਾਵੇਂ BJP ਦੀ, ਭਾਵੇਂ ਸੁਖਬੀਰ ਬਾਦਲ ਦੀ ਸਰਕਾਰ ਹੋਏ, ਸਾਰਿਆਂ ਨੇ ਇਹ ਰੈਲੀ ਕੱਢੀ। ਲੇਕਿਨ ਸਾਰਿਆਂ ਦਾ ਇਹੀ ਕਹਿਣਾ ਕਿ ਇਹ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਉਣ ਵਾਲੇ ਟਾਈਮ ਦੇ ਇਲੈਕਸ਼ਨਸ ਦੇ ਲਈ ਕੀਤੀਆਂ ਜਾ ਰਹੀਆਂ।
ਮੇਰੇ ਅਕੋਰਡਿੰਗਲੀ ਬਿਲਕੁਲ ਸਹੀ ਜੀ। ਗੱਲ ਹੈ ਇਹ। ਹਰ ਚੀਜ਼ ਜੋ ਅੱਜ ਕੱਲ੍ਹ ਦੇ ਟਾਈਮ 'ਚ ਇਹ ਪੋਲੀਟੀਕਲ ਪਾਰਟੀਆਂ ਕਰ ਰਹੀਆਂ ਹੈ, ਮੈਂ ਮੰਨਦੀ ਹਾਂ ਕਿ ਕਾਂਗਰਸ ਨੇ ਬਹੁਤ ਅੱਛਾ ਕੰਮ ਕੀਤਾ, ਜਿਹੜਾ ਜਾ ਕੇ ਉਹਨਾਂ ਨੇ ਔਰ ਹਾਥਰਸ ਰੇਪ ਵਿਕਟਮ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਜੀ। ਪੰਜਾਬ 'ਚ ਕਾਂਗਰਸ ਨੇ ਬਹੁਤ ਜੀ। ਸਾਰੀਆਂ ਰੈਲੀਆਂ ਕੱਢੀਆਂ ਇਹ ਜੀ। ਕਿਸਾਨ ਬਿੱਲ ਦੇ ਅਗੇਂਸਟ। ਜੀ। ਇਹ ਸਭ ਕੁਝ ਬਹੁਤ ਅੱਛੇ ਔਰ ਜੀ। ਸਟੈਪਸ ਨੇ ਜੀ। ਮੇਰੇ ਅਕੋਰਡਿੰਗਲੀ। ਪਰ ਕਿਆ ਇਹ ਸਿਰਫ ਪੋਲੀਟੀਕਲ ਏਜੰਡਾ ਲਈ ਹੋ ਰਹੇ ਨੇ, ਜਾਂ ਇਹਨਾਂ ਦਾ ਐਕਚੁਅਲ ਕੁਝ ਮੀਨਿੰਗ ਹੈਗਾ ਹੈ, ਜਾਂ ਸਰਕਾਰ ਕੁਝ ਕਰੇਗੀ ਲੋਕਾਂ ਲਈ, ਇਹ ਕਹਿਣਾ ਬਹੁਤ ਮੁਸ਼ਕਿਲ ਹੈ। ਜਾਂ ਫਿਰ ਇਹ ਸ਼ਾਇਦ ਸਾਨੂੰ ਆਉਣ ਵਾਲੇ ਇਲੈਕਸ਼ਨਾਂ ਤੇ ਹੀ ਪਤਾ ਲੱਗੇਗਾ। ਇਹ ਤਾਂ ਹਰ ਸਾਲ ਅਸੀਂ ਸੋਚਦੇ ਹਾਂ। ਜਦ ਅਸੀਂ ਬੀਜੇਪੀ ਨੂੰ ਵੋਟ ਕੀਤੀ ਸੀਗੀ ਤਦ ਵੀ ਅਸੀਂ ਇਹੀ ਗੱਲ ਸੋਚੀ ਸੀਗੀ, ਜੀ। ਜਾਂ ਉਸ ਤੋਂ ਪਹਿਲਾਂ ਜਦ ਕਾਂਗਰਸ ਸੀਗੀ ਤਦ ਵੀ ਅਸੀਂ ਇਹੀ ਉਮੀਦ ਕੀਤੀ ਸੀਗੀ। ਜਦ ਅਸੀਂ ਇੱਕ ਚੁਣਾਵ 'ਚ ਵੋਟ ਕਰਦੇ ਹਾਂ ਤਾਂ ਆਪਣਾ ਰਿਪਰੈਜ਼ੈਂਟੇਟਿਵ ਚੁਣਦੇ ਹਾਂ, ਤਾਂ ਅਸੀਂ ਉਹਦੇ ਤੋਂ ਬਹੁਤ ਉਮੀਦ ਲਗਾ ਕੇ ਚੱਲਦੇ ਹਾਂ। ਐਕਸਪੈਕਟੇਸ਼ਨਸ ਹੁੰਦੀਆਂ ਜੀ, ਬਿਲਕੁਲ ਬਹੁਤ ਐਕਸਪੈਕਟੇਸ਼ਨਸ ਹੁੰਦੀਆਂ ਨੇ। ਪਰ ਕਿੰਨੀਆਂ ਐਕਸਪੈਕਟੇਸ਼ਨਸ ਪੂਰੀਆਂ ਹੋ ਪਾਉਂਦੀਆਂ ਨੇ ਇਹ ਸਾਨੂੰ ਸਾਰਿਆਂ ਨੂੰ ਪਤਾ। ਇਲੈਕਸ਼ਨਸ ਤੋਂ ਬਾਅਦ ਉਹ ਬੰਦਾ ਸਾਨੂੰ ਦਿਖਦਾ ਵੀ ਨਹੀਂ ਹੈਗਾ ਜੀ। ਮੈਂ ਆਪਣੇ ਪਿੱਛੇ ਇੱਕ ਇੰਟਰਵਿਊ 'ਚ ਇਹ ਗੱਲ ਕਹੀ ਸੀਗੀ, ਬਹੁਤ ਛੋਟੀ ਜਿਹੀ ਚੀਜ਼ ਹੈ ਸਟਰੀਟ ਲਾਈਟਸ। ਸਟਰੀਟ ਲਾਈਟਸ ਦਾ ਬਹੁਤ ਉਹ ਕੀਤਾ ਗਿਆ ਸੀ ਕਿ ਕੁੜੀਆਂ ਲਈ ਸਿਟੀਜ਼ ਨੂੰ ਸੇਫ ਬਣਾਇਆ ਜਾਵੇ, ਪਿੰਡਾਂ ਨੂੰ ਸੇਫ ਬਣਾਇਆ ਜਾਵੇ, ਛੋਟੇ ਏਰੀਆਜ਼ ਨੂੰ ਸੇਫ ਬਣਾਇਆ ਜਾਵੇ, ਉਹਦੇ ਲਈ ਸਟਰੀਟ ਲਾਈਟਸ ਲਗਾਈਆਂ ਜਾਣ। ਸਾਰੇ ਕਿਤੇ ਸਟਰੀਟ ਲਾਈਟਸ ਲੱਗ ਗਈਆਂ, ਜਗਦੀਆਂ ਕਿੰਨੀਆਂ ਕਿ ਨੇ। CCTV ਕੈਮਰਾਜ਼ ਹਰ ਕਿਤੇ ਲਗਾ ਦਿੱਤੇ ਗਏ, ਚੱਲਦੇ ਕਿੰਨੇ ਕਿ ਨੇ। ਜੀ ਜੀ ਬਿਲਕੁਲ। ਤੇ ਇਸੇ ਤਰ੍ਹਾਂ ਹੀ ਆਪਾਂ ਗੱਲ ਕਰ ਰਹੇ ਸੀਗੇ ਕੁਝ ਐਨਾਲਿਸਿਸ ਦੀ, ਜਿਹੜੇ ਆਪਣੇ ਵੱਲੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਲਿਟਰੇਸੀ ਰੇਟ ਜਿਹੜਾ ਹੈਗਾ ਉਹ ਉਹਨਾਂ ਸ਼ਹਿਰਾਂ ਦੇ ਵਿੱਚ ਘੱਟ ਜਾਂ ਵੱਧ ਹੈ ਜਿਨ੍ਹਾਂ ਵਿੱਚ ਰੇਪ ਜ਼ਿਆਦਾ ਹੁੰਦੇ ਆ। ਅਸੀਂ ਇਹ ਕੱਢਣ ਦੀ ਕੋਸ਼ਿਸ਼ ਕੀਤੀ ਵੀ ਕਹਿਣ ਦਾ ਭਾਵ ਇਹ ਸੀਗਾ ਕਿ ਜੇਕਰ ਦੇਖੀਏ ਪੜ੍ਹੇ ਲਿਖੇ ਲੋਕ ਜਿਹੜੇ ਹੈਗੇ ਆ ਜਿਸ ਸ਼ਹਿਰ ਵਿੱਚ ਜ਼ਿਆਦਾ, ਕਿ ਉਸ ਸ਼ਹਿਰ ਵਿੱਚ ਰੇਪ ਘੱਟ ਹੁੰਦੇ ਆ ਜਾਂ ਵੱਧ ਹੁੰਦੇ, ਇਹ ਦੇਖਣ ਦੀ ਕੋਸ਼ਿਸ਼ ਕੀਤੀ। ਤੇ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਜਿਸ ਸ਼ਹਿਰ ਦੇ ਵਿੱਚ ਲਿਟਰੇਸੀ ਰੇਟ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ, ਉਹਦੇ ਵਿੱਚ ਵੀ ਰੇਪ ਕੇਸਿਸ ਸਾਨੂੰ ਦੇਖਣ ਨੂੰ ਮਿਲੇ। ਲੇਕਿਨ ਜੇਕਰ ਆਪਾਂ ਗੱਲ ਕਰੀਏ ਕੁਝ ਸ਼ਹਿਰਾਂ ਦਾ ਐਨਾਲਿਸਿਸ ਆਪਾਂ ਕੱਢਿਆ ਸੀਗਾ, ਤੇ ਉਹਦੇ ਵਿੱਚ ਰਾਜਸਥਾਨ ਸ਼ਹਿਰ ਜਿਹੜੀ ਸਟੇਟ ਹੈਗੀ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ, ਜੇ ਸਾਲ 2019 ਦੀ ਗੱਲ ਕਰੀਏ ਜਿੱਥੇ 32,000 ਕੁਝ ਕੇਸਿਸ ਆਏ ਸੀਗੇ ਰੇਪ ਦੇ, ਤੇ ਸਭ ਤੋਂ ਜ਼ਿਆਦਾ ਯਾਨੀ ਕਿ 5,997 ਆਲਮੋਸਟ 6,000 ਕੇਸਿਸ ਜਿਹੜੇ ਨੇ ਉਹ ਰਾਜਸਥਾਨ ਦੇ ਵਿੱਚ ਰਿਪੋਰਟ ਕੀਤੇ ਗਏ ਨੇ। ਤੇ ਲੋਕਾਂ ਦਾ ਇਹ ਵੀ ਕਹਿਣਾ ਕਿ 10% ਜਾਂ 20% ਕੇਸਿਸ ਹੁੰਦੇ ਜਿਹੜੇ ਰਿਪੋਰਟ ਕੀਤੇ ਜਾਂਦੇ, ਯਾਨੀ ਕਿ ਜੇ ਅਸੀਂ ਇਹਦਾ 80% ਆਫਟਰ 8 ਟਾਈਮਸ ਇਹਨੂੰ ਜੇ ਆਪਾਂ ਕਰੀਏ ਤਾਂ ਸਾਡੇ ਕੋਲ ਕਾਫੀ ਜ਼ਿਆਦਾ ਰੇਪ ਕੇਸਿਸ ਇੱਥੇ ਮਿਲ ਜਾਂਦੇ ਨੇ। 48,000 ਸਮਥਿੰਗ, ਯਾਨੀ ਕਿ ਸਾਲ ਦੇ ਜਿਹੜੇ ਐਨੂਅਲ ਈਅਰ ਦੇ ਜਿਹੜੇ ਰੇਪ ਕੇਸਿਸ ਹੈ ਉਸ ਨੂੰ ਵੀ ਇਹ ਪਾਰ ਕਰ ਸਕਦਾ ਹੈ। ਕੀ ਤੁਹਾਨੂੰ ਲੱਗਦਾ ਕਿ ਸ਼ਹਿਰ ਜਾਂ ਸਟੇਟ ਦੀ ਸੋਚ ਦੇ ਉੱਤੇ ਵੀ ਡਿਪੈਂਡ ਕਰਦੀਆਂ ਇਹ ਚੀਜ਼ਾਂ, ਜਾਂ ਉੱਥੋਂ ਦੇ ਜਿਹੜੇ ਲਾਜ਼ ਨੇ ਜਾਂ ਉੱਥੋਂ ਦੇ ਜਿਹੜੇ ਕ੍ਰਾਈਮ ਜਿਹੜੇ ਹੋ ਰਹੇ ਨੇ ਉਹਨਾਂ ਦੇ ਉੱਤੇ ਜਿਹੜੀ ਸਖਤ ਕਾਰਵਾਈ ਹੈ ਉਹ ਘੱਟ ਹੈ ਤਾਂ ਕਰਕੇ ਇੱਦਾਂ ਹੁੰਦਾ? ਹੁਣ ਅਸੀਂ ਸਿਰਫ ਰਾਜਸਥਾਨ ਨਹੀਂ, ਮੈਂ ਪੂਰੇ ਨਾਰਥ ਇੰਡੀਆ ਦੀ ਗੱਲ ਕਰੂੰਗੀ ਇਸ ਮੁੱਦੇ 'ਤੇ। ਸਾਡੀ ਸੋਚ ਐਜ਼ ਅ ਸੁਸਾਇਟੀ ਕੀ ਹੈ? ਜਦ ਪੇਰੈਂਟਸ ਬੱਚਿਆਂ ਨੂੰ ਵੱਡੇ ਕਰ ਰਹੇ ਹੁੰਦੇ ਨੇ ਜੀ, ਤਾਂ ਕੁੜੀਆਂ ਨੂੰ ਕੀ ਸਿਖਾਇਆ ਜਾਂਦਾ? ਇਹਦੇ ਜਾਣਾ ਇਹਨੇ, ਇਹਦਾ ਵਿਆਹ ਹੋਣਾ ਹੈ ਜੀ, ਇਹਨੂੰ ਚੂਲਾ ਚੌਕਾ ਸਿਖਾਇਆ ਜਾਵੇ, ਇਹਨੂੰ ਰੋਟੀ ਪਾਣੀ ਸਿਖਾਈ ਜਾਵੇ। ਜੀ, ਕਿਆ ਅਸੀਂ ਆਪਣੀ ਬੇਟੀ ਨੂੰ ਕਮਰਸ਼ੀਅਲ ਪਾਇਲਟ ਜਾਂ ਸਾਇੰਟਿਸਟ ਜਾਂ ਛੋਟੇ ਹੁੰਦੇ ਤੋਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਛੋਟੇ ਹੁੰਦੇ ਤੋਂ ਦੇਖਦੇ ਹਾਂ ਅਸੀਂ ਇਹ ਚੀਜ਼ਾਂ ਕਿ ਇਹਨੂੰ ਇਹ ਬਣਾਉਣਾ ਹੈ? ਅਸੀਂ ਨਹੀਂ। ਅਸੀਂ ਬੇਟਿਆਂ ਨੂੰ ਦੇਖਦੇ ਹਾਂ, ਇਹਨੇ ਮੇਰਾ ਅੱਗੇ ਬਿਜ਼ਨਸ ਚਲਾਉਣਾ ਹੈ, ਜਾਂ ਇਹਨੇ ਇਹ ਨੌਕਰੀ ਕਰੇਗਾ ਤਾਂ ਇਹ ਅੱਛੀ ਪੋਜੀਸ਼ਨ 'ਤੇ ਆਏਗਾ, ਤਾਂ ਇਹ ਮੇਰੇ ਪਰਿਵਾਰ ਦਾ ਨਾਮ ਅੱਗੇ ਵਧਾਏਗਾ। ਸਾਡੀ ਅੱਜ ਵੀ ਸੋਚ ਇਹੀ ਹੈ, ਸਾਡੇ ਪੇਰੈਂਟਸ ਦੀ ਸੋਚ ਵੀ ਇਹੀ ਹੈ। ਇਨਫੈਕਟ ਉਹਨਾਂ ਦੇ ਪੇਰੈਂਟਸ ਦੀ ਸੋਚ ਉਹਨਾਂ 'ਚ ਆਈ ਜਾਂ ਉਹਨਾਂ ਦੀ ਸਾਡੇ 'ਚ ਆਏਗੀ। ਸੋ ਇਟ ਇਜ਼ ਇੰਪੋਰਟੈਂਟ ਅਸੀਂ ਅੱਜ ਵੀ ਜਨਰੇਸ਼ਨ ਵੀ ਜੇ ਆਪਣੀ ਸੋਚ ਨੂੰ ਚੇਂਜ ਕਰੇ ਤਾਂ ਆਉਣ ਵਾਲੀ ਜਨਰੇਸ਼ਨਸ ਬਹੁਤ ਅੱਛੀਆਂ ਹੋ ਸਕਦੀਆਂ ਨੇ। ਜੀ। ਬੱਚਿਆਂ ਨੂੰ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਸਕੂਲਾਂ 'ਚ ਸਮਝਾਇਆ ਜਾ ਰਿਹਾ ਹੈ, ਤੁਹਾਨੂੰ ਪਤਾ ਹੋਏਗਾ ਗੁੱਡ ਟੱਚ ਬੈਡ ਟੱਚ ਦੇ ਬਾਰੇ। ਜੀ, ਬਹੁਤ ਅੱਛਾ ਕਨਸੈਪਟ ਲੱਗਿਆ ਮੈਨੂੰ ਇਹ। ਮੇਰੇ ਭਾਂਜੀਆਂ ਸਕੂਲਾਂ 'ਚ ਪੜ੍ਹਦੇ ਨੇ, ਉਹਨਾਂ ਨੇ ਮੈਨੂੰ ਘਰ ਆ ਕੇ ਸਮਝਾਇਆ ਕਿ ਸਾਨੂੰ ਅੱਜ ਇਹ ਸਿਖਾਇਆ ਜਾਂ ਆ ਦੱਸਿਆ ਗਿਆ। ਮੈਂ ਬਹੁਤ ਅੱਛਾ ਲੱਗਿਆ ਇਹ ਸੁਣ ਕੇ ਕਿ ਬੱਚਿਆਂ ਨੂੰ ਬਹੁਤ ਛੋਟੇ ਏਜ ਤੋਂ ਸੈਕਸ ਐਜੂਕੇਸ਼ਨ ਬਾਰੇ ਸਮਝਾਇਆ ਜਾ ਰਿਹਾ, ਕਿਉਂਕਿ ਸਾਨੂੰ ਇਹ ਸਭ ਕੁਝ ਅਕਲ ਨਹੀਂ ਸੀਗੀ, ਸਾਨੂੰ ਕੁਝ ਨਹੀਂ ਪੜ੍ਹਾਇਆ ਗਿਆ ਇਹ ਸਾਰਾ ਕੁਝ। ਮੇ ਬੀ ਸ਼ਾਇਦ ਸਾਡੀ ਜਨਰੇਸ਼ਨ ਤੱਕ ਵੀ ਇਹ ਚੀਜ਼ਾਂ ਮੇ ਬੀ ਇੰਟਰਨੈਟ ਦਾ ਰੋਲ ਬਹੁਤ ਜ਼ਿਆਦਾ ਹੈ ਇਸ ਸਭ। ਐਗਜ਼ੈਕਟਲੀ ਐਂਟਰਟੇਨਮੈਂਟ ਇੰਡਸਟਰੀ ਦਾ ਰੋਲ ਬਹੁਤ ਜ਼ਿਆਦਾ ਹੈ। ਬੱਚਿਆਂ ਕੋਲ ਅੱਜ ਕੱਲ੍ਹ ਟੈਬਲੇਟਸ ਤੇ ਫੋਨਸ ਬਹੁਤ ਛੋਟੀ ਏਜ 'ਚ ਆ ਜਾਂਦੇ ਨੇ। ਜੋ ਅਸੀਂ ਉਹਨਾਂ ਨੂੰ ਦਿਖਾਵਾਂਗੇ
ਉਹੀ ਉਹਨਾਂ ਦੇ ਦਿਮਾਗ ਤੇ ਪ੍ਰਿੰਟ ਹੋਏਗਾ। ਜੀ ਬਿਲਕੁਲ। ਅਸੀਂ ਦੇਖਿਆ 5 ਸਾਲ ਦਾ ਬੱਚਾ ਬਹੁਤ ਕੁਝ ਸਮਝਣ ਲੱਗ ਜਾਂਦਾ ਹੈ, ਤਾਂ ਅਸੀਂ ਉਹਨੂੰ ਅੱਛੀਆਂ ਚੀਜ਼ਾਂ ਕਿਉਂ ਨਾ ਸਮਝਾਈਏ। ਮੈਂ ਸਿਰਫ ਕੁੜੀਆਂ ਬਾਰੇ ਨਹੀਂ ਕਹੂੰਗੀ, ਮੈਂ ਮੁੰਡਿਆਂ ਬਾਰੇ ਕਹੂੰਗੀ। ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਕਿਉਂ ਨਾ ਸਿਖਾਈਏ ਕਿ ਜੇ ਤੇਰੀ ਸਿਸਟਰ ਨੂੰ ਖਾਣਾ ਬਣਾਉਣਾ ਆਉਣਾ ਚਾਹੀਦਾ ਤਾਂ ਤੈਨੂੰ ਵੀ ਆਉਣਾ ਚਾਹੀਦਾ। ਰਾਈਟ। ਜੇ ਤੇਰੀ ਸਿਸਟਰ ਘਰ ਤੋਂ ਬਾਹਰ ਨਿਕਲ ਸਕਦੀ ਹੈ, ਜੇ ਤੂੰ ਘਰ ਤੋਂ ਬਾਹਰ ਨਿਕਲ ਸਕਦਾ ਤਾਂ ਓਬਵੀਅਸਲੀ ਤੇਰੀ ਸਿਸਟਰ ਵੀ ਘਰ ਤੋਂ ਬਾਹਰ ਨਿਕਲ ਸਕਦੀ ਹੈ। ਜੇ ਤੇਰੀਆਂ ਕੁੜੀਆਂ ਫਰੈਂਡਸ ਹੋ ਸਕਦੀਆਂ ਤਾਂ ਉਹਦੇ ਮੁੰਡੇ ਫਰੈਂਡਸ ਕਿਉਂ ਨਹੀਂ ਹੋ ਸਕਦੇ। ਜੇ ਅਸੀਂ ਬੱਚਿਆਂ ਨੂੰ ਇਹ ਚੀਜ਼ ਸ਼ੁਰੂ ਤੋਂ ਸਿਖਾਵਾਂਗੇ ਤਾਂ ਹੀ ਸਾਡੀ ਸੁਸਾਇਟੀ ਬਦਲੇਗੀ। ਜੀ। ਅਦਰਵਾਈਜ਼ ਤੁਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹੋ। ਜੇ ਬੱਚੇ ਦੇਖ ਹੀ ਇਹ ਚੀਜ਼ ਰਹੇ ਨੇ, ਆਪਣੇ ਪੇਰੈਂਟਸ ਨੂੰ ਦੇਖਦੇ ਹਾਂ ਅਸੀਂ, ਤਾਂ ਅਸੀਂ ਕੀ ਦੇਖਦੇ ਹਾਂ। ਸਾਡੀਆਂ ਮਦਰਸ ਕਿਚਨ 'ਚ ਰਹੀਆਂ ਸਾਰੀ ਉਮਰ ਐਂਡ ਫਾਦਰਸ ਨੇ ਹਮੇਸ਼ਾ ਬਿਜ਼ਨਸ ਸੰਭਾਲਿਆ। ਉਹੀ ਮਾਈਂਡਸੈਟ ਲੈ ਕੇ ਜਦ ਸਾਡੇ ਬੱਚੇ ਵੱਡੇ ਹੁੰਦੇ ਨੇ ਤਾਂ ਉਹਨਾਂ ਨੂੰ ਪਤਾ ਹੈ ਕਿ ਇਹੀ ਸਾਡਾ ਰੋਲ ਹੈ। ਐਗਜ਼ੈਕਟਲੀ। ਕਿਆ ਉਹ ਰੋਲ ਮਾਡਲ ਚੇਂਜ ਕਰਨਾ ਸਾਡੀ ਜ਼ਿੰਮੇਵਾਰੀ ਨਹੀਂ ਹੈ? ਕਿਆ ਉਹਨਾਂ ਦੀ ਥਿੰਕਿੰਗ ਚੇਂਜ ਕਰਨਾ ਸਾਡੀ ਜ਼ਿੰਮੇਵਾਰੀ ਨਹੀਂ ਹੈ? ਐਂਟਰਟੇਨਮੈਂਟ ਇੰਡਸਟਰੀ ਦਾ ਬਹੁਤ ਵੱਡਾ ਰੋਲ ਹੈ ਇਹਦੇ 'ਚ। ਅਸੀਂ ਟੀਵੀ 'ਚ ਕੀ ਦੇਖ ਰਹੇ ਹਾਂ, ਬੱਚੇ ਅੱਜ ਕੱਲ੍ਹ ਕਾਰਟੂਨਸ 'ਚ ਕੀ ਦੇਖ ਰਹੇ ਆ, ਇਹ ਸਭ ਕੁਝ ਵੀ ਬਹੁਤ ਮੈਟਰ ਕਰਦਾ ਹੈ। ਜੇ ਅਸੀਂ ਉਹਨਾਂ ਨੂੰ ਅੱਛੀਆਂ ਚੀਜ਼ਾਂ ਦਿਖਾਵਾਂਗੇ ਤਾਂ ਉਹਨਾਂ ਦੀ ਸੋਚ ਅੱਛੀ ਡਿਵੈਲਪ ਹੋਏਗੀ। ਇਹ ਮੇਰੀ ਆਪਣੀ ਥਿੰਕਿੰਗ ਹੈ। ਜੀ ਬਿਲਕੁਲ, ਬਹੁਤ ਵਧੀਆ ਥਿੰਕਿੰਗ ਹੈ ਤੁਹਾਡੀ ਔਰ ਸ਼ਾਇਦ ਕਿਤੇ ਨਾ ਕਿਤੇ ਲੋਕ ਇਸ ਥਿੰਕਿੰਗ ਨੂੰ ਅਪਣਾ ਵੀ ਰਹੇ ਹਨ। ਹਾਂਜੀ, ਬਹੁਤ ਵਧੀਆ ਤੇ ਸੋਹਣੀਆਂ ਗੱਲਾਂ ਅੱਜ ਅਸੀਂ ਕੀਤੀਆਂ ਤੇ ਜੀ ਤਾਂ ਕਰ ਰਿਹਾ ਹੋਰ ਗੱਲਾਂ ਕਰੀਏ ਕਿਉਂਕਿ ਕਾਫੀ ਸਾਰੇ ਇੰਪੋਰਟੈਂਟ ਗੱਲਾਂ ਚੱਲ ਰਹੀਆਂ ਨੇ, ਲੇਕਿਨ ਜਿਹੜਾ ਸਮਾਂ ਹੈ ਨਾ ਉਹ ਬਹੁਤ ਤੇਜ਼ ਚੱਲਦਾ ਹੈ, ਇਹ ਸਾਨੂੰ ਇਜਾਜ਼ਤ ਨਹੀਂ ਦਿੰਦਾ। ਲੇਕਿਨ ਆਪਾਂ ਉਮੀਦ ਕਰਾਂਗੇ ਇੱਕ ਵਾਰੀ ਦੁਬਾਰਾ ਤੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰੀਏ ਤਾਂ ਇੱਕ ਪਾਰਟਿਕੂਲਰ ਟੌਪਿਕ ਦੇ ਉੱਤੇ ਅਸੀਂ ਆਪਣੇ ਵਿਊਅਰਸ ਦੇ ਨਾਲ ਜਿਹੜੀ ਡਿਸਕਸ਼ਨ ਸਾਡੀ ਹੈਗੀ ਉਹ ਆਪਣੇ ਵਿਊਅਰਸ ਤੱਕ ਪਹੁੰਚਾਈਏ ਤਾਂ ਕਿ ਜਿਹੜੀਆਂ ਇੰਪੋਰਟੈਂਟ ਗੱਲਾਂ ਅਸੀਂ ਮਿਸ ਕਰਦੇ ਹਾਂ, ਆਉਣ ਵਾਲੀ ਜਨਰੇਸ਼ਨ ਮਿਸ ਕਰਦੀ ਹੈ, ਸਾਡਾ ਯੂਥ ਮਿਸ ਕਰਦਾ, ਉਹਨਾਂ ਤੱਕ ਉਹ ਗੱਲਾਂ ਪਹੁੰਚਣ ਤੇ ਸਾਡੀ ਸੋਚ ਤੇ ਕਿਤੇ ਨਾ ਕਿਤੇ ਉਹ ਅਸਰ ਹੋ ਸਕੇ ਤੇ ਜਿਹੜੇ ਇਹੋ ਜਿਹੇ ਲੋਕ ਨੇ ਨਾ ਜਿਨ੍ਹਾਂ ਦਾ ਡਾਟਾ ਅਸੀਂ ਕਲੈਕਟ ਕਰਦੇ ਹਾਂ ਇਹ ਆਉਂਦੇ ਟਾਈਮ ਵਿੱਚ ਘਟਦਾ ਜਾਏ। ਤੁਸੀਂ ਆਪਣੇ ਵਿਊਅਰਸ ਨੂੰ ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਤੁਸੀਂ ਉਹਨਾਂ ਕੁੜੀਆਂ ਨੂੰ ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਜਿਹੜੇ ਕਿ ਤੁਹਾਨੂੰ ਇਸ ਟਾਈਮ ਦੇਖ ਰਹੇ ਨੇ, ਜਿਹੜੇ ਕਿ ਤੁਹਾਡੀ ਗੱਲਾਂ ਸੁਣ ਕੇ ਕਾਫੀ ਆਪਣੀ ਸੋਚ ਨੂੰ ਵਧੀਆ ਤਰੀਕੇ ਨਾਲ ਬਾਹਰ ਲੈ ਕੇ ਆਉਣਾ ਚਾਹੁੰਦੇ ਨੇ? ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੂੰਗੀ, ਸਪੈਸ਼ਲੀ ਕੁੜੀਆਂ ਨੂੰ, ਆਪਣੇ ਕਰੀਅਰ ਵੱਲ ਧਿਆਨ ਦਿਓ। ਆਪਣੇ ਜ਼ਿੰਦਗੀ 'ਚ ਕੁਝ ਬਣਨ ਲਈ, ਕੁਝ ਕਰਨ ਲਈ ਸਟੈਪਸ ਚੱਕੋ। ਹਮੇਸ਼ਾ ਸੁਸਾਇਟੀ ਤੁਹਾਡੀ ਹੈਲਪ ਕਰੇਗੀ ਨਹੀਂ ਕਰੇਗੀ, ਇਸ ਚੀਜ਼ ਨੂੰ ਸੋਚਣਾ ਛੱਡ ਦਿਓ। ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਨਾਲ ਪਿਆਰ ਕਰੋ, ਆਪਣੇ ਆਪ ਲਈ ਉਹ ਸਟੈਪਸ ਚੱਕੋ ਜੋ ਬਾਕੀ ਤੁਹਾਡੇ ਲਈ ਨਾ ਚੱਕ ਸਕਣ। ਆਪਣੀ ਫੈਮਿਲੀਜ਼ ਨੂੰ ਆਪਣੇ ਉੱਤੇ ਨਾਜ਼ ਕਰਨ ਦਾ ਮੌਕਾ ਦਿਓ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਬਹੁਤ ਸੋਹਣੀ ਗੱਲ ਕੀ ਹੈ ਕਿ ਖਾਸ ਕਰਕੇ ਕੁੜੀਆਂ ਲਈ ਕਿ ਆਪਣੇ ਲਈ ਤੁਸੀਂ ਆਪ ਆਵਾਜ਼ ਜਦੋਂ ਤੱਕ ਨਹੀਂ ਚੱਕੋਗੇ ਉਦੋਂ ਤੱਕ ਲੋਕ ਤੁਹਾਡਾ ਸਾਥ ਨਹੀਂ ਦੇਣਗੇ। ਜੇਕਰ ਤੁਹਾਡੀ ਇੱਕ ਆਵਾਜ਼ ਬਾਹਰ ਆਏਗੀ ਤਾਂ ਕਾਫੀ ਲੋਕ ਤੁਹਾਡੇ ਨਾਲ ਜੁੜਨ ਲਈ ਤਿਆਰ ਹੋ ਜਾਣਗੇ। ਇਹਨਾਂ ਗੱਲਾਂ ਦੇ ਨਾਲ ਹੀ ਅੱਜ ਦਾ ਸ਼ੋਅ ਅਸੀਂ ਖਤਮ ਕਰਾਂਗੇ ਤੇ ਮੈਂ ਵਰੁਣ ਸ਼ਰਮਾ ਹੁਣ ਤੁਹਾਡੇ ਕੋਲੋਂ ਵਿਦਾ ਲੈਣ ਜਾ ਰਿਹਾ, ਲੇਕਿਨ ਤੁਸੀਂ ਟੈਨਸ਼ਨ ਬਿਲਕੁਲ ਨਹੀਂ ਲੈਣੀ ਕਿਉਂਕਿ ਅਗਲੇ ਹਫਤੇ ਫਿਰ ਮਿਲਾਂਗੇ ਇਸ ਸ਼ੋਅ ਦੇ ਨਾਲ ਕਿਸੇ ਨਵੇਂ ਟੌਪਿਕ, ਕਿਸੇ ਨਵੇਂ ਗੈਸਟ ਦੇ ਨਾਲ। ਤੇ ਹੁਣ ਵੇਲਾ ਹੋ ਗਿਆ ਜੀ ਵਿਦਾ ਲੈਣ ਦਾ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV, ਜੋ ਕਿ ਹੈ ਹਰ ਕਦਮ ਤੁਹਾਡੇ ਨਾਲ।